कई बारी असी सिस्टम नहीं समझते, कई बारी सिस्टम ਨੂੰ ਮਿਸਯੂਜ਼ ਕਰੀਦਾ। ਜਿਹੜੇ ਸਾਡੇ ਕਹ ਲਓ ਕੋਈ ਇਕੱਲੇ ਆਪਣੀ ਕਮਿਊਨਿਟੀ ਨਹੀਂ ਪਰ ਹੋਰ ਵੀ ਕਮਿਊਨਿਟੀ ਕਰਦੇ ਆ। ਕਈ ਸਿਸਟਮ ਨੂੰ ਆਪਣੇ ਲਈ ਯੂਜ਼ ਕਰਦੇ। ਸੋ ਸਾਨੂੰ ਹੁਣ 21 ਸਾਲ ਹੋ ਗਏ, ਤੁਹਾਨੂੰ ਪਤਾ ਸਾਰੀ ਸੰਗਤ ਨੂੰ 21 ਸਾਲ ਦੇ ਵਿੱਚ ਹਰ ਵਾਰੀ ਕੋਈ ਨਾ ਕੋਈ ਸਾਡੇ ਖਿਲਾਫ ਇੱਕ ਕੈਂਪੇਨ ਆਉਂਦੀ ਆ ਵੀ ਇੱਦਾਂ ਕਰਦੇ ਖਾਲਸਾ ਏਡ, ਉਹ ਕਰਦੇ ਖਾਲਸਾ ਏਡ। ਅਸੀਂ ਇੱਕ ਸਿਸਟਮ ਬਣਾਉਣਾ ਵੀ ਇਹ ਨਹੀਂ ਵੀ ਰਵੀ ਸਿੰਘ ਨੇ ਕੋਈ ਡੇਰਾ ਬਣਾ ਲਿਆ, ਕੋਈ ਆਪਣੇ ਲਈ ਵੱਡੇ ਬੈਂਕਾਂ 'ਚ ਪੈਸੇ ਜਮ੍ਹਾਂ ਕਰ ਲਏ, ਜਿੱਦਾਂ ਕਈ ਸਾਡੇ ਜਿਹੜੇ ਵੀ ਨਫ਼ਰਤ ਕਰਦੇ ਵੀ 20 ਮਿਲੀਅਨ ਦਾ ਹੋਟਲ ਲੈ ਲਿਆ। ਇੱਦਾਂ ਦੇਖ ਰਹੇ ਵੀ ਕੱਲ੍ਹ ਮੈਂ ਇੱਥੇ ਨਾ ਹੋਊਂਗਾ। ਇਹ ਨਹੀਂ ਵੀ ਰਵੀ ਸਿੰਘ ਨੇ ਸਾਰਾ ਬਣਾ ਲਿਆ ਅਤੇ ਚਲੋ ਰਵੀ ਸਿੰਘ ਮਰ ਗਿਆ ਅਤੇ ਸਾਰਾ ਕੁਝ ਢਹਿ ਗਿਆ। ਨਹੀਂ, ਅਸੀਂ ਇੱਕ ਟੀਮ ਇਹ ਬਣਾਈ ਹੋਈ ਇੱਥੇ, ਹੁਣ ਤਕੜੀ ਟੀਮ ਹੈ ਇੰਗਲੈਂਡ ਵਿੱਚ, UK ਜਿਹੜਾ ਮੇਨ ਹੈੱਡਕੁਆਟਰ ਆ ਉਹਦੇ ਵਿੱਚ ਕਾਫੀ ਹੈਗੀ ਆ ਸਾਡੀ ਕਮਿਊਨਿਟੀ ਵਿੱਚ। ਕਈ ਵਾਰੀ ਬੰਦੇ ਨੂੰ ਜਾਣਦਾ ਹੁੰਦਾ, ਕਹਿਣਾ ਮੈਂ ਤੈਨੂੰ ਠੇਕਾ ਦੇਣਾ, ਤੂੰ ਆਹ ਬਣਾ ਦੇ, ਤੂੰ ਆਹ ਗੁਰਦੁਆਰੇ ਦੀ ਚੀਜ਼ ਬਣਾ ਦੇ, ਤੂੰ ਮੇਰੀ ਆਹ ਬਿਲਡਿੰਗ ਬਣਾ ਦੇ, ਤਾਂ ਵਿੱਚੋਂ ਤੂੰ ਆਹ ਵੀ ਮੇਰਾ ਕੋਈ ਕੰਮ ਕਰ ਦੇ, ਮੇਰਾ ਕੰਮ ਵਿੱਚ ਪਾ ਦੀ। ਸੋ ਇਹਦੇ ਵਿੱਚ ਕਈ ਵਾਰ ਸਰ ਮੈਂ ਚਰਚਾ ਦੇਖਦਾ ਇੱਥੇ ਇੰਟਰਨੈਟ 'ਤੇ ਵੀ ਫਲਾਨਾ ਤਿਮਕੜਾ ਇੰਨੇ ਲੱਖ ਦੀ ਕਾਰ ਲੈ ਕੇ ਆਇਆ, ਕੋਈ 20 ਕੋਈ ਕਹਿ ਲਓ ਵੀ 40 ਲੱਖ ਦੀ ਕਾਰ ਲੈ ਕੇ ਆਇਆ। ਕਹਿ ਲਓ ਜੇ ਸਾਨੂੰ ਕਹਿ ਲਓ 1 ਮਿਲੀਅਨ ਤੋਂ ਉੱਪਰ ਆਇਆ ਅਤੇ ਦੂਜਿਆਂ ਨੂੰ 3-4 ਲੱਖ 5 ਲੱਖ ਪਾਉਂਡ ਵੀ ਆ ਗਿਆ। ਪਰ ਜੇ ਤੁਸੀਂ 50,000 ਪਾਉਂਡ ਖਰਚੇ ਆ ਤਾਂ ਬਾਕੀ ਕਿੱਥੇ ਗਿਆ? ਕਿਉਂਕਿ ਜੇ ਕੋਈ ਦਿਖਾਇਆ ਨਹੀਂ ਕਰਕੇ ਵੀ ਕਿੱਥੋਂ ਕਿੰਨਾ ਇਕੱਠਾ ਹੋਇਆ। ਸਾਡੇ ਖਿਲਾਫ ਝੂਠ ਬੋਲਿਆ ਜਾਂਦਾ ਸਾਡੇ ਦੁਸ਼ਮਣ ਵੱਲੋਂ, ਕਿਉਂਕਿ ਖਾਲਸਾ ਇੱਕ ਨਾਂ ਬਣ ਗਿਆ ਦੁਨੀਆ ਵਿੱਚ ਵੀ ਖਾਲਸਾ ਚੜ੍ਹਦੀ ਕਲਾ, ਖਾਲਸਾ ਇਨਸਾਨੀਅਤ, ਖਾਲਸੇ ਦੀ ਫਤਿਹ ਕਹਿੰਦੇ ਸਾਰੇ ਪਾਸੇ। ਸੋ ਜੇ ਅਸੀਂ ਆਪਣੇ ਬਣਾਉਣਾ ਹੁੰਦਾ ਅਸੀਂ ਵੀ ਉਹੀ ਬਸ ਚੁੱਪ ਕਰਕੇ ਬਹਿਣਾ, ਲੁੱਕ ਕੇ ਪੈਸੇ ਖਾਈ ਜਾਓ, ਢਿੱਡ ਭਰੀ ਜਾਓ, ਵੱਡੇ ਵੱਡੇ ਘਰ, ਵੱਡੀਆਂ ਕਾਰਾਂ, ਮਜ਼ੇ ਲਓ। ਜਿਹੜੇ ਬੰਦੇ ਦੀ ਮਾੜੀ ਨੀਤ ਹੋਵੇ, ਕਈ ਵਾਰੀ ਹੁੰਦੀ ਪਾਵਰ ਦੀ ਹੁੰਦੀ ਆ, ਕਈ ਵਾਰੀ ਪੈਸੇ ਦੀ ਹੁੰਦੀ, ਉਹ ਤੁਸੀਂ ਕੁਛ ਨਹੀਂ ਕਰ ਸਕਦੇ। ਜਿਹੜੀ ਮਾੜੀ ਨੀਤ ਹੋਵੇ ਬੰਦੇ ਦੀ ਨਾ, ਉਹ ਬੰਦਾ ਕੋਈ ਚੀਜ਼ ਨਹੀਂ ਸੰਭਾਲ ਸਕਦਾ, ਉਹਨੂੰ ਬਸ ਆਪਣੀ ਨੀਤ ਦੀ ਹੁੰਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੱਲਬਾਤ ਕਰਨੀ ਆ ਜਿਹੜੀ ਭਈ ਕਾਫੀ ਦੇਖਦੇ ਇੰਟਰਨੈਟ ਦੇ ਵੀ, ਤਾਂ ਤੁਹਾਨੂੰ ਪਤਾ ਕਈ ਵਾਰੀ ਉਂਗਲਾਂ ਵੀ ਉਠਾਉਂਦੇ ਇੱਕ ਦੂਜੇ ਉੱਪਰ। ਅਸੀਂ ਭਈ ਜਿਹੜਾ ਭਈ ਸੰਸਥਾ ਜਿਹੜੀਆਂ ਦੁਨੀਆ ਵਿੱਚ ਸੇਵਾ ਕਰਦੀਆਂ ਜਾਂ ਚੈਰਿਟੀਜ਼ ਜਿਹੜੇ ਰਜਿਸਟਰਡ ਚੈਰਿਟੀ ਹੋਣ, ਅਤੇ ਜਾਂ ਭਈ ਕਹਿ ਲਓ ਭਈ ਜਿਹੜਾ ਸੇਵਾ ਕਰਨ ਵਾਲੇ ਗਰੁੱਪ ਜਾਂ UK USA ਪੰਜਾਬ ਦੇ ਵਿੱਚ। ਅਤੇ ਕਈ ਵਾਰੀ ਅਸੀਂ ਸਿਸਟਮ ਨਹੀਂ ਸਮਝਦੇ, ਕਈ ਵਾਰੀ ਸਿਸਟਮ ਨੂੰ ਮਿਸਯੂਜ਼ ਕਰੀਦਾ। ਜਿਹੜੇ ਸਾਡੇ ਕਹਿ ਲਓ ਭਈ ਇਕੱਲੇ ਆਪਣੀ ਕਮਿਊਨਿਟੀ ਨਹੀਂ ਪਰ ਹੋਰ ਵੀ ਕਮਿਊਨਿਟੀ ਕਰਦੇ ਆ। ਕਈ ਸਿਸਟਮ ਨੂੰ ਆਪਣੇ ਲਈ ਯੂਜ਼ ਕਰਦੇ, ਬਣਾ ਕੇ ਚੈਰਿਟੀਆਂ ਬਣਾ ਕੇ ਜਾਂ ਵੱਡੀਆਂ ਸੰਸਥਾ ਬਣਾ ਕੇ ਭਈ ਅਸੀਂ ਸੇਵਾ ਕਰਦੇ ਹਾਂ, ਪਰ ਐਕਚੁਅਲੀ ਮੋਹਰੇ ਹੋ ਕੇ ਉਹ ਜਿੱਦਾਂ ਭਈ ਕੰਮ ਹੋਰ ਚੱਲਦਾ ਅਤੇ ਪਿੱਛੋਂ ਕੰਮ ਹੋਰ ਚੱਲਦਾ। ਸੋ ਸਾਨੂੰ ਹੁਣ 21 ਸਾਲ ਹੋ ਗਏ, ਤੁਹਾਨੂੰ ਪਤਾ ਸਾਰੀ ਸੰਗਤ ਨੂੰ 21 ਸਾਲ ਦੇ ਵਿੱਚ ਹਰ ਵਾਰੀ ਕੋਈ ਨਾ ਕੋਈ ਸਾਡੇ ਖਿਲਾਫ ਇੱਕ ਕੈਂਪੇਨ ਆਉਂਦੀ ਆ ਵੀ ਇੱਦਾਂ ਕਰਦੇ ਖਾਲਸਾ ਏਡ, ਉਹ ਕਰਦੇ ਖਾਲਸਾ ਏਡ। ਐਕਚੁਅਲੀ ਖਾਲਸਾ ਏਡ ਸਾਰੇ ਤੋਂ ਖੁੱਲ੍ਹੀ ਸੰਸਥਾ। ਅਸੀਂ ਤੁਹਾਨੂੰ ਦਿਖਾਲਦੇ ਕਿੰਨੇ ਪੈਸੇ ਆ, ਤੁਹਾਨੂੰ ਦਿਖਾਲਦੇ ਕਿੱਥੇ ਕੰਮ ਕਰ ਰਹੇ ਆ। ਮੇਰੇ ਖਿਆਲ ਮੈਂ ਗਾਰੰਟੀ ਉਹੀ ਕਰ ਸਕਦਾ ਵੀ ਸਾਰਿਆਂ ਤੋਂ ਜ਼ਿਆਦਾ ਸੇਵਾ ਦੁਨੀਆ ਵਿੱਚ ਜਿਹੜੀ ਸਿੱਖ ਕਮਿਊਨਿਟੀ ਵਿੱਚੋਂ ਇਸ ਵੇਲੇ ਖਾਲਸਾ ਏਡ ਚੱਲ ਰਹੀ ਆ। ਇਹਦੇ ਵਿੱਚ ਇਹ ਨਹੀਂ ਵੀ ਅਸੀਂ ਆਪਣੇ ਨੂੰ ਵੱਡਾ ਸਮਝਦੇ ਹਾਂ, ਨਹੀਂ, ਕਿਉਂਕਿ ਸਾਡੇ ਸੇਵਾਦਾਰ ਮੋਹਰੇ ਲੱਗੇ ਦਿਨ ਦਿਹਾੜੀ। ਪੰਜਾਬ ਦੀ ਟੀਮ ਬਹੁਤ ਵੱਡੀ ਆ, ਅਮਰਪ੍ਰੀਤ ਹੋਣੀ, ਉਹ ਤੋਂ ਇਰਾਕ ਦੇ ਵਿੱਚ ਸੂਜ਼ਨ ਹੋਣੀ ਆ, UK USA ਆਸਟ੍ਰੇਲੀਆ ਕੈਨੇਡਾ ਵਿੱਚ ਬਹੁਤ ਵੱਡੇ ਵੱਡੇ ਆਪਰੇਸ਼ਨ ਹੋ ਰਹੇ ਕੋਵਿਡ ਕਰਕੇ ਵੀ, COVID-19 ਕਰਕੇ। ਪਰ ਜਿਹੜੀ ਸੰਸਥਾ ਚੈਰਿਟੀਆਂ ਹੁੰਦੀਆਂ ਇਹਦੇ ਵਿੱਚ ਜਿੱਦਾਂ ਅਸੀਂ ਗੋਰੇ ਕਹਿੰਦੇ ਟਰਾਂਸਪੈਰੈਂਸੀ, ਭਈ ਇਹਦੇ ਵਿੱਚ ਹਿਸਾਬ ਕਿਤਾਬ ਦੇਣਾ, ਭਈ ਕਲੀਅਰਲੀ ਕਿੱਦਾਂ ਤੁਸੀਂ ਚੈੱਕ ਕਰ ਸਕਦੇ ਆ। ਹੁਣ ਇੱਕ ਐਗਜ਼ਾਮਪਲ ਤੁਹਾਨੂੰ ਦਈਏ ਭਈ ਜੇ 21 ਸਾਲ ਪਹਿਲਾਂ ਮੈਂ ਆਪਣੇ ਆਪ ਚਾਹੁੰਦਾ ਭਈ ਖਾਲਸਾ ਏਡ ਰਵੀ ਸਿੰਘ ਦੀ ਹੋਵੇ, ਸਾਰੇ ਖਾਲਸਾ ਏਡ ਦੇ ਵਿੱਚ ਇੱਥੇ ਸਾਡੇ ਆਫਿਸ ਕੰਮ ਕਰਦੇ, ਸਾਡੇ ਟਰਸਟੀ, ਸਾਡੇ ਡਾਇਰੈਕਟਰ, ਸਾਰੀ ਮੇਰੀ ਫੈਮਿਲੀ ਹੋਣੀ ਸੀਗੀ, ਤਾਂ ਤੁਸੀਂ ਤਾਂ ਵੀ ਡੋਨੇਟ ਕਰੀ ਜਾਣਾ ਸੀਗਾ ਕਿਉਂਕਿ ਤੁਸੀਂ ਦਿਆਲੂ ਆ। ਸੋ ਜਿਹੜੀ ਖਾਲਸਾ ਏਡ ਦੇ ਮੇਨ ਹੁੰਦੇ ਨਾ ਕਾਨੂੰਨੀ ਤੌਰ 'ਤੇ ਜਿਹੜੇ ਭਈ ਇੱਕ ਚੈਰਿਟੀ ਦੇ ਕਹਿ ਲਓ ਭਈ ਜ਼ਿੰਮੇਵਾਰੀ ਹੁੰਦੀ ਆ, ਉਹ ਹੁੰਦੀ ਟਰਸਟੀਆਂ ਨੂੰ। ਟਰਸਟੀ ਲੀਗਲੀ ਕਾਨੂੰਨੀ ਤੌਰ 'ਤੇ ਹੁੰਦੇ ਜ਼ਿੰਮੇਵਾਰੀ, ਰਿਸਪੋਂਸੀਬਲ। ਸੋ ਸਾਡੇ ਖਾਲਸਾ ਏਡ ਟਰਸਟੀ ਅਤੇ ਸ਼ੁਰੂ ਤੋਂ ਸਾਡੀ ਵਾਈਫ ਨੇ ਬਹੁਤ ਸਾਨੂੰ ਸਪੋਰਟ ਦਿੱਤਾ, 15-20 ਸਾਲ ਹੋ ਗਏ, ਬਹੁਤ ਸਪੋਰਟ ਦਿੱਤਾ। ਅਤੇ ਉਹ ਇੱਕ ਟਰਸਟੀ ਪੁਰਾਣੇ ਜ਼ਮਾਨੇ ਤੋਂ ਕਹਿ ਲਓ, ਅਤੇ ਜਿਹੜੇ ਸਾਡੇ
ਹੋਰ ਜਿਹੜੇ 5 ਟਰਸਟੀ ਆ ਹੋਰ ਉਹ ਕੰਪਲੀਟਲੀ ਸੈਪਰੇਟ ਆ, ਜਿਹੜੇ ਡਿਫਰੈਂਟ ਸ਼ਹਿਰਾਂ ਤੋਂ ਆ। ਨਾ ਮੇਰੇ ਉਹ ਫਰੈਂਡ ਆ, ਨਾ ਮੇਰੇ ਉਹ ਕਜ਼ਨਸ ਆ, ਨਾ ਮੇਰੇ ਉਹ ਕਦੀ ਅਸੀਂ ਸਕੂਲ ਦੇ ਇਕੱਠੇ ਗਏ। ਇਹਦਾ ਮਤਲਬ ਸੀ 21 ਸਾਲ ਦੇ ਵਿੱਚ ਅਸੀਂ ਇੱਕ ਸਿਸਟਮ ਬਣਾਉਣਾ ਵੀ ਇਹ ਨਹੀਂ ਵੀ ਰਵੀ ਸਿੰਘ ਨੇ ਕੋਈ ਡੇਰਾ ਬਣਾ ਲਿਆ, ਕੋਈ ਆਪਣੇ ਲਈ ਵੱਡੇ ਬੈਂਕਾਂ 'ਚ ਪੈਸੇ ਜਮ੍ਹਾਂ ਕਰ ਲਏ, ਜਿੱਦਾਂ ਕਈ ਸਾਡੇ ਜਿਹੜੇ ਭਈ ਨਫ਼ਰਤ ਕਰਦੇ ਵੀ 20 ਮਿਲੀਅਨ ਦਾ ਹੋਟਲ ਲੈ ਲਿਆ। ਜੀਆਂ ਨੂੰ ਸਾਨੂੰ ਦੇਖ ਲਓ, ਲੈ ਆਓ ਅਕਾਊਂਟੈਂਟ ਸਾਨੂੰ ਦੇਖ ਲਓ ਅਸੀਂ ਕੀ ਕਰਦੇ ਹਾਂ। ਅਸੀਂ ਆਪਣੇ ਦੀ ਕੋਸ਼ਿਸ਼ ਬਣਾਇਆ, ਅਸੀਂ ਇੱਕ ਖਾਲਸੇ ਪੰਥ ਲਈ, ਸਿੱਖ ਕਮਿਊਨਿਟੀ ਲਈ ਬਣਾਇਆ, ਤਾਂ ਹੀ ਸਾਡੇ ਜਿਹੜੇ ਦੁਸ਼ਮਣ ਨੂੰ ਦੁੱਖ ਲੱਗਦਾ ਖਾਲਸਾ ਦੀ ਤਰੱਕੀ ਦੇਖ ਕੇ। ਸੋ ਇਹਦੇ ਵਿੱਚ ਜਿਹੜੀਆਂ ਦੂਜੀਆਂ ਵੀ ਚੈਰਿਟੀਆਂ ਤੁਸੀਂ ਡੋਨੇਟ ਕਰਦੇ ਆ, ਕਈ ਵਾਰ ਅਸੀਂ ਉਂਗਲਾਂ ਉਠਾਉਂਦੇ ਆ ਭਈ ਫਲਾਣੇ ਨੇ ਆਹ ਕੋਠੀ ਲੈ ਲਈ, ਫਲਾਣੇ ਨੇ ਆਹ ਕਰ ਲਿਆ। ਪਰ ਜੇ ਤੁਸੀਂ ਚੈਰਿਟੀ ਨੂੰ ਡੋਨੇਟ ਕਰਦੇ ਆ, ਪਹਿਲਾਂ ਦੇਖੋ ਵੀ ਉਹ ਰਜਿਸਟਰਡ ਆ। ਜੇ ਰਜਿਸਟਰਡ ਚੈਰਿਟੀ ਆ, ਕਿੱਥੇ ਰਜਿਸਟਰ ਆ, ਕਿੰਨੇ ਸਾਲ ਦੀ ਆਪਣੇ ਟੈਕਸ ਵੀ ਦਿੰਦੇ, ਉਹਦੇ ਪ੍ਰੋਸੀਜਰ ਵੀ ਪੁੱਛੋ ਕੀ ਹੁੰਦੇ। ਹੁਣ ਅਸੀਂ ਸਿਸਟਮ ਤਕੜੇ ਕਰ ਰਹੇ ਹਾਂ, ਆਸਟ੍ਰੇਲੀਆ ਵਿੱਚ ਵੀ, UK ਵਿੱਚ ਵੀ, USA ਵਿੱਚ ਵੀ, ਕੈਨੇਡਾ ਵਿੱਚ ਵੀ ਅਸੀਂ ਇੱਦਾਂ ਸਿਸਟਮ ਬਣਾ ਰਹੇ ਹਾਂ ਭਈ ਟਰਸਟੀਆਂ ਵਿੱਚ ਵੀ ਇੱਕ ਬਾਹਰਲਾ ਪ੍ਰੋਫੈਸ਼ਨਲ, ਸਪੈਸ਼ਲੀ ਇੱਥੇ ਨੌਨ ਸਿੱਖ ਵੀ ਹੋ ਸਕਦਾ, ਸਿੱਖ ਵੀ ਹੋ ਸਕਦਾ, ਉਹ ਟੋਟਲੀ ਇੰਡੀਪੈਂਡੈਂਟ ਹੋਊਗਾ। ਇੱਕ ਤਾਂ ਹੁੰਦਾ ਆਡੀਟਰ ਹੁੰਦੇ ਆ, ਇੱਕ ਹੁੰਦੇ ਅਕਾਊਂਟੈਂਟ। ਹੁਣ ਜੇ ਤੁਸੀਂ ਸਾਡੇ ਅਕਾਊਂਟਸ ਦੇਖਦੇ ਆ, ਸਾਡੇ ਅਕਾਊਂਟੈਂਟ ਕਰਦੇ, ਫਿਰ ਸਾਡੇ ਆਡੀਟਰ ਆਉਂਦੇ ਆ। ਆਡੀਟਰ ਬਾਹਰ ਦੇ ਹੋਣੇ ਚਾਹੀਦੇ ਆ, ਸੇਮ ਅਕਾਊਂਟੈਂਟ ਦੀ ਕੰਪਨੀ ਦੇ ਨਹੀਂ। ਅਸੀਂ ਇਹ ਸਾਰਾ ਹੁਣ ਆਪਣਾ ਸਿਸਟਮ ਸੈੱਟ ਕਰ ਰਹੇ ਹਾਂ ਭਈ ਅਸੀਂ ਵੀ ਇੱਕ ਇੱਦਾਂ ਦੀ ਚੀਜ਼ ਬਣਾਈਏ ਭਈ ਜਿਹੜੇ ਭਈ ਹੋਰ ਵੀ ਗੁਰਦੁਆਰੇ ਵੀ ਚੈਰਿਟੀਆਂ ਹੈਗੀਆਂ ਰਜਿਸਟਰ, ਆਪਣੇ ਕਿਹਦੀਆਂ ਹੋਰ ਰਜਿਸਟਰ ਹੈਗੀਆਂ ਚੈਰਿਟੀ ਸੇਵਾ ਵਾਲੀਆਂ। ਭਈ ਜਿਹੜੇ ਆਡੀਟਰ ਵੀ ਆ ਉਹ ਵੀ ਅਸੀਂ ਹੁਣ ਸੈਪਰੇਟ ਅਕਾਊਂਟ ਮੁੜ ਕੇ ਫੇਰ ਕਰਨੇ। ਅਕਾਊਂਟੈਂਟ ਵੀ ਅਸੀਂ ਨਵੇਂ ਲੱਭਣੇ ਹੁਣ ਆਪਣੇ ਤੌਰ ਲਈ, ਜਿਹੜੇ ਬਹੁਤ ਵੱਡੇ ਟੌਪ 10-15 ਕਹਿ ਲਓ ਭਈ ਟੌਪ 15 ਦੇ ਵਿੱਚ ਜਿਹੜੇ ਅਕਾਊਂਟੈਂਟ UK ਵਿੱਚ ਅਸੀਂ ਲੱਭ ਰਹੇ ਹਾਂ, ਉਹ ਲੱਭ ਹੀ ਰਹੇ ਆ। ਅਸੀਂ ਅਕਾਊਂਟ ਕਰਨੇ ਆ, ਅਪੋਇੰਟ ਕਰ ਦੇਣੇ। ਸਾਡੀ ਇੰਡੀਆ ਟੀਮ ਬਹੁਤ ਵੱਡੀ ਆ, ਉੱਥੇ ਵੀ ਕਹਿ ਲਓ ਸਾਡੇ ਟਰਸਟੀ ਹੈਗੇ, ਡਾਇਰੈਕਟਰ ਹੈਗੇ, ਉਹਦੇ ਵਿੱਚ ਵੀ ਪਾਲਿਸੀਆਂ ਅਸੀਂ ਤਿਆਰ ਕਰਨੀਆਂ, ਹੋਰ ਰਿਫੋਰਮ ਕਰਨਾ। ਕੈਨੇਡਾ ਵਾਲੇ ਵੀ ਉੱਥੇ ਵੀ ਰਿਫੋਰਮ ਕਰ ਰਹੇ ਆ, USA ਵੀ ਰਿਫੋਰਮ ਕਰ ਰਹੇ ਆ, ਆਸਟ੍ਰੇਲੀਆ 'ਚ ਵੀ ਰਿਫੋਰਮ ਹੋ ਰਿਹਾ। ਰਿਫੋਰਮ ਦਾ ਮਤਲਬ ਆ ਭਈ ਅਸੀਂ ਇੱਦਾਂ ਦੇਖ ਰਹੇ ਭਈ ਕੱਲ੍ਹ ਮੈਂ ਇੱਥੇ ਨਾ ਹੋਊਂਗਾ। ਇਹ ਨਹੀਂ ਭਈ ਰਵੀ ਸਿੰਘ ਨੇ ਸਾਰਾ ਬਣਾ ਲਿਆ ਤੇ ਚਲੋ ਰਵੀ ਸਿੰਘ ਮਰ ਗਿਆ ਤੇ ਸਾਰਾ ਕੁਝ ਢਹਿ ਗਿਆ, ਨਹੀਂ। ਅਸੀਂ ਇੱਕ ਟੀਮ ਇਹ ਬਣਾਈ ਹੋਈ ਇੱਥੇ, ਹੁਣ ਤਕੜੀ ਟੀਮ ਆ। ਇੰਗਲੈਂਡ ਵਿੱਚ ਵੀ, UK ਜਿਹੜਾ ਮੇਨ ਹੈੱਡਕੁਆਟਰ ਆ, ਉਹਦੇ ਵਿੱਚ ਹੈਗੇ ਆ 2 ਮੇਨ ਬੰਦੇ ਉੱਪਰ ਹੁਣ ਅਸੀਂ ਰੱਖੇ। ਤੇ ਗੁਰਪ੍ਰੀਤ ਸਿੰਘ ਆ UK ਵਿੱਚ, ਤੇ ਇੰਡੀ ਸਿੰਘ ਹੁਣ ਤੁਹਾਨੂੰ ਜੁਆਇਨ ਕੀਤਾ। ਬਹੁਤ ਐਕਸਪੀਰੀਅੰਸ ਬੈਕਗਰਾਊਂਡ, ਬਹੁਤ ਡੈਡੀਕੇਟਿਡ ਆ ਤੇ ਥੋੜ੍ਹੇ ਇੰਡੀਪੈਂਡੈਂਟ। ਉਹਦੀ ਜੋਬ ਹੀ ਆ ਭਈ ਖਾਲਸਾ ਏਡ ਦੀਆਂ ਪਾਲਿਸੀਆਂ ਸਾਰੀ ਦੁਨੀਆ 'ਤੇ ਕਿੱਦਾਂ ਰਿਫੋਰਮ ਕਰਨੀਆਂ, ਫਿਰ ਜਿਹੜੀਆਂ ਦੂਜੀਆਂ ਚੈਰਿਟੀ ਉਹ ਵੀ ਫੋਲੋ ਕਰਨ ਭਈ ਕਿੱਦਾਂ ਅਸੀਂ ਆਪਣੇ ਅਕਾਊਂਟਸ ਕਰਨੇ। ਹੁਣ ਕਹਿ ਲਓ ਭਈ ਕਈ ਵਾਰੀ ਅਸੀਂ ਘਰ ਬਣਾਈਦੇ ਆ, ਜਾਂ ਅਫਰੀਕਾ ਬਣਾਤੇ, ਜਾਂ ਇੰਡੀਆ ਬਣਾਤੇ, ਜਾਂ ਕਿਤੇ ਹੋਰ ਡਿਜ਼ਾਸਟਰ ਥਾਂ 'ਤੇ ਬਣਾਤੇ। ਕਈ ਵਾਰੀ ਡਿਜ਼ਾਸਟਰ ਵਿੱਚ ਤੁਹਾਨੂੰ ਕੰਮ ਛੇਤੀ ਕਰਨਾ ਪੈਂਦਾ। ਪਰ ਜੇ ਕਹਿ ਲਓ ਵੀ ਅਸੀਂ ਅਫਰੀਕਾ ਦੇ ਵਿੱਚ ਕੋਈ ਘਰ ਬਣਾਉਣਾ, ਉਹਦੇ ਅਸੀਂ 2 ਦਿਨ ਪਹਿਲਾਂ ਬਿਲਡਰ ਦਾ ਡਿਫਰੈਂਟ ਕੰਪਨੀਆਂ ਦੇ ਉੱਤੋਂ ਸਿਸਟਮ ਤੋਂ ਮੰਗਣੇ ਪੈਸੇ, ਜਿਹੜੇ ਇਨਵੋਇਸ ਮੰਗਣੀਆਂ ਭਈ ਦੱਸੋ ਤੁਹਾਡਾ ਕੀ ਅੰਦਾਜ਼ਾ ਹੋਊਗਾ ਭਈ ਕਿੰਨੇ ਤੁਸੀਂ ਕਿੰਨੇ ਪੈਸੇ ਲਓਗੇ ਘਰ ਬਣਾਉਣ ਲਈ। ਅਸੀਂ 3 ਕੰਪਨੀਆਂ ਤੋਂ ਕੋਟੇਸ਼ਨ। ਸੋ ਇਹ ਨਹੀਂ ਭਈ ਮੈਨੂੰ ਕੋਈ ਜਾਣਦਾ ਹੋਵੇ, ਕਹਿ ਲਓ ਜਿੱਦਾਂ ਸਾਡੇ ਵਿੱਚ ਕਾਫੀ ਹੈਗੀ ਆ ਸਾਡੀ ਕਮਿਊਨਿਟੀ ਵਿੱਚ, ਕਈ ਵਾਰੀ ਬੰਦੇ ਨੂੰ ਜਾਣਦਾ ਹੁੰਦਾ, ਕਹਿਣਾ ਮੈਂ ਤੈਨੂੰ ਠੇਕਾ ਦੇਣਾ, ਤੂੰ ਆਹ ਬਣਾ ਦੇ, ਤੂੰ ਆਹ ਗੁਰਦੁਆਰੇ ਦੀ ਚੀਜ਼ ਬਣਾ ਦੇ, ਤੂੰ ਮੇਰੀ ਆਹ ਬਿਲਡਿੰਗ ਬਣਾ ਦੇ, ਤਾਂ ਵਿੱਚੋਂ ਤੂੰ ਆਹ ਵੀ ਮੇਰਾ ਕੋਈ ਕੰਮ ਕਰ ਦੇ, ਮੇਰਾ ਕੰਮ ਵਿੱਚ ਪਾ ਦੇ। ਇਹ ਤੋਂ ਸਾਨੂੰ ਬਹੁਤ ਡਰ ਆ ਭਈ ਆਪਣੇ ਵੱਡੇ ਚੀਜ਼ਾਂ ਬਣਾਈ ਜਾਣੀਆਂ, ਵੱਡੀ ਚੀਜ਼ਾਂ ਟੌਪ ਲੈਵਲ 'ਤੇ ਰਹਿਣਾ, ਉਹ ਚੈਰਿਟੀ ਦੇ ਪੈਸੇ ਮਿਸਯੂਜ਼ ਕਰਨੇ। ਉਹਦੇ ਹੁੰਦਾ ਉਹ ਫਰੋਡ ਰਿਪੋਰਟ ਕਰਨਾ ਤੁਹਾਡਾ ਫਰਜ਼ ਆ, ਸਾਡਾ ਫਰਜ਼ ਆ। ਸੋ ਇਹਦੇ ਵਿੱਚ ਕਈ ਵਾਰ ਸਰ ਮੈਂ ਚਰਚਾ ਦੇਖਦਾ ਇੱਥੇ ਇੰਟਰਨੈਟ 'ਤੇ ਭਈ ਫਲਾਨਾ ਤਿਮਕੜਾ ਇੰਨੇ ਲੱਖ ਦੀ ਕਾਰ ਲੈ ਕੇ ਆਇਆ, ਕੋਈ 20 ਕਹਿ ਲਓ ਵੀ 40 ਲੱਖ ਦੀ ਕਾਰ ਲੈ ਕੇ ਆਇਆ, ਉਹ ਤਾਂ ਚੈਰਿਟੀ ਕੰਮ ਕਰਦਾ, ਉਹ ਕਿੱਦਾਂ ਇੱਦਾਂ ਕਰ ਸਕਦੇ ਆ। ਤੁਸੀਂ ਪੁੱਛ ਸਕਦੇ ਸਾਰਾ, ਸਾਨੂੰ ਈਮੇਲ ਕਰਕੇ ਪੁੱਛ ਸਕਦੇ ਹੋ। ਤੇ ਦੂਜੀਆਂ ਚੈਰਿਟੀਆਂ ਕਹਿ ਲਓ ਹੁਣ ਅਸੀਂ ਕਹਿ ਲਓ ਹੜ੍ਹ ਦੀ ਗੱਲ ਕੀਤੀ ਸੀਗੀ, ਪੰਜਾਬ ਦੇ ਹੜ੍ਹ ਦੇ ਵਿੱਚ ਜਿੰਨੇ ਪੈਸੇ ਇਕੱਠੇ ਹੋਏ ਸਾਡੇ UK ਵਿੱਚ 1.2 ਮਿਲੀਅਨ ਦਾ ਕੁਝ ਸੀਗਾ, ਇਹਨਾਂ ਕੋਈ ਮੇਰਾ ਖਿਆਲ ਸੀਗਾ ਇੱਥੋਂ, ਤੇ ਬਾਕੀ ਬਾਹਰੋਂ ਕੈਨੇਡਾ ਤੋਂ, ਅਮਰੀਕਾ ਤੋਂ, ਮੇ ਵੀ ਮੜ ਜਾ ਮੈਂ ਰੋਂਗ ਵੀ ਹੋ ਸਕਦਾ, ਪਰ ਅਸੀਂ ਉਹ ਸਾਰਾ ਦਿਖਾ ਲਿਆ ਵੀ ਇੰਨਾ ਪੈਸਾ ਆਇਆ, ਇੰਨਾ ਰਹਿੰਦਾ, ਇੰਨਾ ਖਰਚਿਆ, ਸਾਡੇ ਕੋਲ ਸਾਰਾ ਆ। ਤੇ ਕਈ ਸੰਸਥਾ ਨੇ ਪੈਸੇ ਇਕੱਠੇ ਕਰ ਲੈਣੇ ਪਰ ਦਿਖਾ ਦੇਣਾ ਨਹੀਂ ਭਈ ਹੜ੍ਹ 'ਚ ਕਿੰਨਾ ਆਇਆ। ਚਲੋ ਤੁਸੀਂ
ਕਹ ਲਓ ਜੇ ਸਾਨੂੰ ਕਹ ਲਓ 1 ਮਿਲੀਅਨ ਤੋਂ ਉੱਪਰ ਆਇਆ ਤੇ ਦੂਜਿਆਂ ਨੂੰ 3-4 ਲੱਖ 5 ਲੱਖ ਪਾਉਂਡ ਵੀ ਆ ਗਿਆ। ਪਰ ਜੇ ਤੁਸੀਂ 50,000 ਪਾਉਂਡ ਖਰਚੇ ਆ ਤੇ ਬਾਕੀ ਕਿੱਥੇ ਗਿਆ? ਕਿਉਂਕਿ ਜੇ ਕੋਈ ਦਿਖਾਇਆ ਨਹੀਂ ਕਰਕੇ ਵੀ ਕਿੱਥੋਂ ਕਿੰਨਾ ਇਕੱਠਾ ਹੋਇਆ, ਉਸ ਵੇਲੇ ਤੁਹਾਡੇ ਬੈਂਕ ਅਕਾਊਂਟਾਂ ਦੇ ਵਿੱਚ ਉਹੀ ਪੈਸੇ ਉੱਥੇ ਰਹਿ ਜਾਂਦੇ ਆ। ਮਿਸਟੇਕ ਅਸੀਂ ਵੀ ਕਰਦੇ ਹਾਂ, ਮਿਸਟੇਕ ਕੋਈ ਵੀ ਕਰ ਸਕਦਾ, ਪਰ ਜਾਣ ਬੁੱਝ ਕੇ ਅਸੀਂ ਮਿਸਯੂਜ਼ ਨਹੀਂ ਕਰਨਾ ਚਾਹੁੰਦੇ। ਸੋ ਹੁਣ ਜਿਹੜੀਆਂ ਚੈਰਿਟੀਆਂ ਅਸੀਂ ਰਿਫੋਰਮ ਕਰਨਾ ਚਾਹੁੰਦੇ ਭਈ, ਇੱਕ ਐਗਜ਼ਾਮਪਲ ਬਣਾਈਏ ਦੁਨੀਆ ਵਿੱਚ, ਜਿਹੜੀ ਅਕਾਊਂਟਿੰਗ ਹੋਵੇ ਉਹਦੇ ਵਿੱਚ ਆਡੀਟਰ ਸੈਪਰੇਟ ਹੋਊਗੇ। ਇਹ ਕਿਉਂਕਿ ਜਦੋਂ ਤੁਸੀਂ ਨਾ ਖਾਲਸਾ ਨੂੰ ਡੋਨੇਟ ਕਰਦੇ ਆ, ਤੁਸੀਂ ਖਾਲਸਾ ਦਾ ਪਿਛਲਾ 21 ਸਾਲ ਦਾ ਇਤਿਹਾਸ ਦੇਖਦੇ, ਤੁਸੀਂ ਸਾਡੇ ਵੱਲ ਦੇਖਦੇ ਆ, ਤੁਸੀਂ ਦੇਖਦੇ ਹਾਂਜੀ ਉੱਧਰ ਖਾਲਸਾ UK ਹੈਗੇ, ਰਵੀ ਸਿੰਘ ਹੈਗੇ, ਹੋਰ ਵੀ ਕੋਈ ਹੈਗੇ, ਹਾਂ ਸਾਡੇ ਕੋਲ ਭਰੋਸਾ ਹੈਗਾ ਅਸੀਂ ਡੋਨੇਟ ਕਰ ਸਕਦੇ ਹਾਂ, ਜਾਂ ਇੰਡੀਆ ਹੋਵੇ ਜਾਂ ਕੈਨੇਡਾ ਹੋਵੇ ਜਾਂ US ਹੋਵੇ ਜਾਂ ਆਸਟ੍ਰੇਲੀਆ ਹੋਵੇ। ਪਰ ਜੇ ਉਹ ਸਿਸਟਮ ਨਾ ਕੋਈ ਫੋਲੋ ਕਰੇ ਤੇ ਵਿੱਚ ਉਹਦੇ ਪ੍ਰੋਸੀਜਰ ਨਾ ਹੋਣ, ਪਾਲਿਸੀਜ਼ ਨਾ ਹੋਣ, ਤੇ ਨਾ ਅਸੀਂ ਚੈੱਕ ਕਰੀਏ ਆਪਣਾ ਜਾ ਕੇ ਤੋਂ UK ਤੋਂ ਵੀ ਸਾਰੇ ਇਹ ਸਿਸਟਮ ਚਲਾ ਰਹੇ ਆ, ਤਾਂ ਉੱਥੇ ਫਿਰ ਹੇਰਾਫੇਰੀ ਹੋਣ ਲੱਗ ਪਈ। ਫਿਰ ਅਸੀਂ ਮਗਰੋਂ ਕਹਿਣਾ ਲਓ ਜੀ ਚੈੱਕ ਕਿਉਂ ਨਹੀਂ ਕੀਤਾ, ਇਹ ਨਹੀਂ ਕੀਤਾ, ਸਿਸਟਮ ਨਹੀਂ ਚੱਲੇ ਉੱਥੇ। ਹੁਣ ਅਸੀਂ ਸਾਰੇ ਪਾਸੇ ਇੱਕ ਸਿਸਟਮ ਬਣਾ ਰਹੇ ਕਿਉਂਕਿ ਸਾਡੀ ਜਿਹੜੀ ਟੌਪ ਲੀਡਰਸ਼ਿਪ ਆ ਖਾਲਸਾ ਏਡ ਦੀ, ਭਾਈ ਅਮਰਪ੍ਰੀਤ ਸਿੰਘ ਇੰਡੀਆ ਤੋਂ, ਜਤਿੰਦਰ ਸਿੰਘ ਕੈਨੇਡਾ ਤੋਂ, ਓਮਰ ਸਿੰਘ ਅਮਰੀਕਾ ਤੋਂ, ਅੰਮ੍ਰਿਤਪਾਲ ਕੌਰ ਅਮਰੀਕਾ ਤੋਂ, ਹਰਪ੍ਰੀਤ ਸਿੰਘ ਆਸਟ੍ਰੇਲੀਆ ਤੋਂ, ਨਾਲ ਉਹਦੇ ਸਾਥੀ ਵੀ, ਤੇ ਇੱਕ UK ਤੋਂ, ਇੱਥੋਂ ਅਸੀਂ ਇੱਕ ਲੀਡਰਸ਼ਿਪ ਬਣੀ ਹੋ ਆ ਜਿਹੜੀ ਭਾਈ ਡੈਡੀਕੇਟਡ ਖਾਲਸਾ ਏਡ ਦੀ। ਖਾਲਸਾ ਏਡ ਇੱਕ ਡਿਫਰੈਂਟ ਲੈਵਲ 'ਤੇ ਇਹਨਾਂ ਸਾਰਿਆਂ ਦਾ ਐਕਸਪੀਰੀਅੰਸ ਹੈਗਾ। ਇਹ ਸਾਰੇ ਨਾ ਕੋਈ ਮੇਰੇ ਰਿਸ਼ਤੇਦਾਰ ਆ, ਨਾ ਕੋਈ ਸਾਡੇ ਚਾਚੇ ਤਾਏ ਦੇ ਮੁੰਡੇ ਆ, ਨਾ ਕੋਈ ਜੇ ਹੋਣਾ ਚਾਹੁੰਦਾ ਕਰ ਵੀ ਸਕਦੇ ਸੀਗੇ, ਇਹ ਸਾਰੇ ਇੰਡੀਪੈਂਡੈਂਟ ਆ ਸਾਰੇ। ਸੋ ਇਹਦੇ ਵਿੱਚੋਂ ਅਸੀਂ ਅੰਮ੍ਰਿਤਪਾਲ ਕੌਰ ਅਮਰੀਕਾ ਵਿੱਚ ਮੇਰੀ ਭਤੀਜੀ ਬਿਲਕੁਲ ਹੈਗੀ, ਪਰ ਜਿਹੜੇ ਦੂਜੇ ਟਰਸਟੀ ਉਹ ਟੋਟਲੀ ਇੰਡੀਪੈਂਡੈਂਟ ਆ ਕਿਉਂਕਿ ਉਹਦਾ ਪੈਸ਼ਨ ਆ, ਪਰ ਉਹ ਟਰਸਟੀ ਨਹੀਂ ਕਿ ਨਾ ਉਹ ਡਾਇਰੈਕਟਰ ਆ, ਉਹ ਸਾਡੀ ਇੱਕ ਵੋਲੰਟੀਅਰ ਲੈਵਲ 'ਤੇ ਹੈਲਪ ਕਰ ਰਹੀ ਆ। ਸੋ ਉਹਦੇ ਕੋਲ ਕੋਈ ਫਾਈਨੈਂਸ਼ੀਅਲ ਪੋਜੀਸ਼ਨ ਨਹੀਂ, ਨਾ ਕੋਈ ਪੇਮੈਂਟ ਦੀ ਪੋਜੀਸ਼ਨ ਆ, ਨਾ ਕੋਈ ਹੇਰਾਫੇਰੀ ਕਰਨ ਦੀ ਪੋਜੀਸ਼ਨ, ਕਿਉਂਕਿ ਓਮਰ ਸਿੰਘ ਜਾਂ ਹਰਪ੍ਰੀਤ ਸਿੰਘ ਹੋਣੀ ਆ। ਸੋ ਜਿਹੜੀ ਵੀ ਲੀਡਰਸ਼ਿਪ ਜਿਹੜੀ ਆ, ਉਹ ਲੀਡਰਸ਼ਿਪ ਹੁਣ ਫਿਊਚਰ ਗਾਈਡ ਕਰੂਗੀ ਖਾਲਸਾ ਏਡ ਨੂੰ, ਇੱਥੋਂ ਦੀ ਅਸਿਸਟੈਂਟ ਨਾਲ, ਇੱਥੋਂ UK ਦੀ ਟੀਮ ਦੇ ਨਾਲ, ਇੰਦੀ ਹੋਣੀ, ਗੁਰਪ੍ਰੀਤ ਹੋਣੀ, ਤੇ ਇਹ ਜਿਹੜੇ ਮੇਨ ਬੰਦੇ ਜਿਹੜੇ ਸਾਡੇ ਨਾਲ ਜੁੜੇ ਹੋ ਬਹੁਤ ਚਿਰ, ਲੇਡੀਜ਼ ਆ, ਮੈਨ ਆ। ਇਹਦੇ ਵਿੱਚ ਅਸੀਂ ਹੋਰ ਵੀ ਸਟਰੈਂਥਸ ਤਕੜੇ ਕਰਨਾ ਚਾਹੁੰਦੇ ਭਈ ਤੁਸੀਂ ਹਰ ਵਾਰੀ ਇੱਕ ਦੂਜੇ ਨੂੰ ਚੈੱਕ ਕਰੋ, ਹਰ ਵਾਰੀ ਇੱਕ ਦੂਜੇ ਜਿੱਥੇ ਵੀ ਹੋਵੇ, ਜਿੱਥੇ ਵੀ ਖਾਲਸਾ ਏਡ ਲਿਖਿਆ ਹੋਵੇ ਉੱਥੇ ਖੋਲ ਖਲਾਈ ਹੋਣੀ ਚਾਹੀਦੀ ਆ। ਕਿੰਨੇ ਪੈਸੇ ਇਕੱਠੇ ਹੋਏ ਸਾਲ ਦੇ ਵਿੱਚ, ਕਿੰਨੇ ਪੈਸੇ ਖਰਚੇ ਤਨਖਾਹਾਂ ਵਿੱਚ, ਫੋਨਾਂ ਦੇ ਵਿੱਚ, ਪੈਟਰੋਲ ਦੇ ਵਿੱਚ, ਰੋਟੀ ਪਾਣੀ ਦੇ ਵਿੱਚ, ਕਿਹਨੂੰ ਦਿੱਤੀ ਗਈ ਇੱਕ ਢੇਲਾ, ਉਹ ਅਸੀਂ ਸਾਡੇ ਪਹਿਲਾਂ ਵੀ ਕਰ ਰਹੇ ਇਸੇ, ਅਸੀਂ ਹੁਣ ਉਹ ਡਿਫਰੈਂਟ ਲੈਵਲ 'ਤੇ ਕਰਨਾ, ਅਸੀਂ ਬਿਲਕੁਲ ਹੋਰ ਲੈਵਲ 'ਤੇ। ਕਿਉਂਕਿ ਪਿਛਲੇ ਸਾਲ ਤੋਂ ਮੈਂ ਇਹੀ ਸੋਚਦਾ, ਮੈਂ ਕਿਹਾ ਭਈ ਹੁਣ ਦੇਖੋ ਹੁਣ 21 ਸਾਲ ਹੋ ਗਏ ਆ, ਹੁਣ ਹੋਣ ਲੱਗੇ ਆ, ਤੇ ਇਸ ਸਾਲ ਹੋ ਵੀ ਗਏ ਆ ਭਈ ਅਸੀਂ ਆਪਣੇ ਵੱਲੋਂ ਹੁਣ ਜੇ ਪਿੱਛੇ ਵੀ ਹਟ ਗਏ ਕਹਿ ਲਓ, ਪਰ ਅਸੀਂ ਕੀ, ਇੱਕ ਤਾਂ ਖਾਲਸਾ ਏਡ ਦੁਨੀਆ 'ਚ ਆ ਗਈ, ਹੋਰ ਅਸੀਂ ਕੀ ਕਰ ਸਕਦੇ ਹਾਂ ਭਈ ਜਿਹੜੀ ਸੰਗਤ ਆ, ਸੰਗਤ ਜਿਹੜੀ ਭਈ ਇੰਨੀ ਦਿਆਲੂ ਆ, ਇੰਨਾ ਪਿਆਰ ਆ, ਫਿਰ ਭੁਲੇਖੇ ਵਿੱਚ ਫਰੋਡ ਦੇ ਵਿੱਚ ਨਾ ਆਵੇ। ਫਿਰ ਅਸੀਂ ਉਹਦੇ ਵਿੱਚ ਹੁਣ ਮੈਂ ਇੱਥੇ ਮੁੰਡਾ ਜਿਹੜਾ ਇੰਡੀਆ ਆ ਸਾਡੇ ਨਾਲ ਹੋਥੀ, ਹੋਰ ਵੀ ਸਾਡੀ ਟੀਮ ਜਿਹੜੀ ਅਮਰੀਕਾ ਦੀ ਗੱਲ ਕੀਤੀ, ਕੈਨੇਡਾ ਦੀ, ਉਹਨਾਂ ਅਸੀਂ ਬਹਿ ਕੇ ਇੱਕ 3-4 ਮਹੀਨੇ ਵਿੱਚ ਜਾਂ ਸ਼ਾਇਦ ਮੇਬੀ ਲੈਸ ਹੋ, ਮੇਬੀ 1 ਮਹੀਨਾ ਹੋਰ, ਅਸੀਂ ਇੱਕ ਪਾਲਿਸੀਆਂ ਪਹਿਲਾਂ ਵੀ ਬਣਾਈਆਂ ਆ, ਅਸੀਂ ਹੋਰ ਬਣਾ ਰਹੇ ਪਾਲਿਸੀ ਜਿਹੜੀਆਂ ਸਾਨੂੰ ਲੋੜ ਆ ਇਸ ਵੇਲੇ ਉਹ ਬਣੀਆਂ ਆ, ਪਰ ਉਹ ਤੋਂ ਜ਼ਿਆਦੀਆਂ ਪਾਲਿਸੀਆਂ ਪਈ ਜਿਹੜੀ ਚੀਜ਼ ਸਾਨੂੰ ਤਸੱਲੀ ਲਈ ਚਾਹੀਦੀ ਆ ਸਾਡੇ ਲੀਡਰਸ਼ਿਪ ਲਈ, ਜਿਹੜੇ ਪਈ ਸਾਡੀ ਮਤਲਬ ਲੀਡਰਸ਼ਿਪ ਨਾਲ ਲਿਆ ਪਈ ਕਿੱਦਾਂ ਤੁਸੀਂ ਇੱਕ ਦੂਜੇ ਦੇ ਅਕਾਊਂਟ ਆਡਿਟਰ ਕਿੱਦਾਂ ਕਰਨੇ, ਨਿਗਾਹ ਕਿੱਦਾਂ ਰੱਖਣੀ, ਇੰਡੀਪੈਂਡੈਂਸ, ਟਰਾਂਸਪੇਰੈਂਸੀ ਹੋਊਗੀ। ਤੁਹਾਨੂੰ ਅਸੀਂ ਸਾਰਾ ਦਿਖਾਉਂਦੇ ਇੰਨੇ ਪੈਸੇ। ਹੁਣ ਕਹਿ ਲਓ ਸਾਡੇ ਭਰਾ ਇੱਥੇ ਹੈਗੇ ਮੁਸਲਮਾਨ, ਉਹਨਾਂ ਦੀ ਹੈਗੀ ਇਸਲਾਮਿਕ ਰਿਲੀਫ ਆ, 100 ਮਿਲੀਅਨ ਤੋਂ ਉੱਪਰ ਪਾਉਂਡ ਉਹਨਾਂ ਦੀ ਆਮਦਨ ਆ। ਰੈੱਡ ਕਰਾਸ ਦੀ 120-130 ਮਿਲੀਅਨ, UK ਤੋਂ ਇੰਨੀ ਆ, ਸਾਡੇ ਤਾਂ 4-5 ਮਿਲੀਅਨ ਆ ਕਹਿ ਲਓ, ਜਿਹੜੀ ਘੱਟ ਤੋਂ ਵੱਧ। ਇਹਦੀ ਸਾਨੂੰ ਇਨਕਰੀਜ਼ ਅਸੀਂ ਵੀ ਕਰਨਾ ਚਾਹੁੰਦੇ, ਅਸੀਂ ਵੱਡੇ ਆਪਰੇਸ਼ਨ ਕਰੀਏ, ਅਸੀਂ ਕਦੇ ਲੁਕੋਵਾ ਨਹੀਂ ਕੀਤਾ। ਸਾਨੂੰ ਪੰਜਾਬ ਨਾਲ ਪਿਆਰ ਆ, ਪੰਜਾਬ ਦੇ ਵਿੱਚ ਟੀਮ ਬਹੁਤ ਵੱਡੀ ਆ, ਗੁਰਪ੍ਰੀਤ ਸਿੰਘ ਹੋਣੀ, ਅਮਰਪ੍ਰੀਤ ਸਿੰਘ ਹੋਣੀ ਬਹੁਤ ਲੈਵਲ 'ਤੇ ਆਪਣੇ ਵੋਲੰਟੀਅਰ, ਸਾਡੇ ਸੇਵਾਦਾਰ ਜਿਹੜੇ ਜੁੜੇ ਹੋ ਆ ਡਿਫਰੈਂਟ ਲੈਵਲ 'ਤੇ ਲੈ ਕੇ ਜਾ ਰਹੇ ਆ। ਜਿਹੜੇ ਵੀ ਖਾਲਸਾ ਨਾਲ ਜੁੜੇ ਆ ਉਹ ਦੇਖ ਕੇ ਭਈ ਹਾਂ ਖਾਲਸਾ ਪਰ ਸਾਨੂੰ ਭਰੋਸਾ ਆ। ਇਹਦਾ ਮਤਲਬ ਇਹ ਨਹੀਂ ਭਈ ਅਸੀਂ ਤੁਹਾਡੇ ਜਿਹੜਾ ਭਰੋਸਾ ਟਰਸਟ ਆ ਉਹਨੂੰ ਤੋੜਦੇ ਹੋਏ ਅੱਖਾਂ ਬੰਦ ਕਰਕੇ ਕਹਿੰਦੇ ਤੁਸੀਂ ਜੋ ਮਰਜ਼ੀ ਕਰੀ ਜਾਓ ਤੇ ਅਸੀਂ ਤਾਂ ਨਿਗਾਹ ਰੱਖਣੀ। ਅਸੀਂ ਸਾਰਾ ਸਿਸਟਮ ਇੱਕ ਬਹੁਤ ਟਾਈਟ ਬਣਾ ਰਹੇ ਹਾਂ
ਸਾਰਿਆਂ ਲਈ। ਤੇ ਸਾਡੀ ਲੀਡਰਸ਼ਿਪ ਲਈ ਸਾਡੇ ਇਕੱਲੇ ਚੈਪਟਰ ਜਿਹੜੇ ਆ ਅਮਰੀਕਾ, ਕੈਨੇਡਾ, ਇੰਡੀਆ ਤੇ ਆਸਟ੍ਰੇਲੀਆ, ਤੇ ਉਹਦੇ ਵਿੱਚੋਂ ਇੰਡੀਪੈਂਡੈਂਟ ਟਰਸਟੀ ਹੋਊਗੇ ਬੋਰਡ ਦੇ ਵਿੱਚ। ਬਾਹਰਲੇ ਆਡੀਟਰ ਜਿਹੜੇ ਹੋਊਗੇ ਉਹ ਵੀ ਇੰਡੀਪੈਂਡੈਂਟ ਆਡਿਟ ਹੋਊਗਾ। ਅਸੀਂ ਜਿਹੜੀਆਂ ਗਲਤੀਆਂ ਹੋਣਗੀਆਂ ਗਲਤੀਆਂ ਸਿੱਖਾਂਗੇ, ਕਿਉਂਕਿ ਗਲਤੀਆਂ ਸਾਰੀਆਂ ਕਰਦੇ। ਅਸੀਂ ਆਪਣੇ ਹੱਥ ਖੜੇ ਕਰਾਂਗੇ ਜਿੱਥੇ ਅਸੀਂ ਗਲਤ ਕੀਤਾ। ਕਈ ਥਾਂ ਤੇ ਅਸੀਂ ਨਹੀਂ ਪਹੁੰਚ ਸਕਦੇ, ਸਾਡੇ ਉੱਥੇ ਹੋਰ ਆਰਗੇਨਾਈਜੇਸ਼ਨ ਪਹੁੰਚਾ ਰਹੀਆਂ ਆ, ਉਹਨਾਂ ਅਸੀਂ ਸਪੋਰਟ ਕਰਦੇ ਹਾਂ ਪਿੱਛੋਂ, ਦੱਸੋ ਕੀ ਚਾਹੀਦਾ, ਤੁਹਾਨੂੰ ਅਸੀਂ ਖੜੇ ਹਾਂ। ਕਈ ਥਾਂ ਤੇ ਅਸੀਂ ਆਪ ਪਹੁੰਚ ਜਾਣਾ, ਇਰਾਕ ਹੋ ਗਿਆ, ਲੈਬਨਾਨ ਹੋ ਗਿਆ, ਟਰਕੀ ਹੋ ਗਈ। ਸਾਡੀ ਟੀਮ ਇੰਡੀਆ ਵਾਲੀ ਹੈਗੀ ਜਿਹੜੀ ਬੰਗਲਾਦੇਸ਼ ਜਾਂਦੇ, ਕੇਰਲਾ ਜਾਂਦੇ ਆ, ਸਾਰੇ ਇੰਡੀਆ ਦੇ ਵਿੱਚ ਜਾਂਦੇ, ਆਲੇ ਦੁਆਲੇ ਜਾਂਦੇ। ਸੋ ਸਾਡੀ ਰੀਚ ਕਾਫੀ ਵਧੀ ਜਾਂਦੀ ਆ। ਸੋ ਤੁਹਾਨੂੰ ਪਤਾ ਸਾਡੇ ਖਿਲਾਫ ਤਾਂ ਕੈਂਪੇਨਾਂ ਹੁੰਦੀਆਂ ਕਿਉਂਕਿ ਜੈਲਸੀ ਬਹੁਤ ਆ। ਪਰ ਜੇ ਤੁਸੀਂ ਜਿਹੜੀ ਚੈਰਿਟੀ ਰਨ ਕਰਨੀ ਆ, ਜਿਹੜੀ ਚੈਰਿਟੀ ਦੇ ਟਰਸਟੀ ਹੁੰਦੇ ਆ, ਜੋ ਟਰਸਟੀ ਇੱਕ ਦੂਜੇ ਨਾਲ ਫਰੈਂਡਸ਼ਿਪ ਹੋਵੇ, ਤਾਂ ਉਹਦੇ ਵਿੱਚ ਕੋਈ ਇੰਡੀਪੈਂਡੈਂਟ ਬੰਦਾ ਨਾ ਹੋਵੇ ਜਾਂ ਕੋਈ ਇੰਡੀਪੈਂਡੈਂਟ ਮੋਨੀਟਰ ਨਾ ਕੋਈ ਕਰੇ। ਉਹਦੇ ਵਿੱਚ ਫਿਰ ਕੋਈ ਨਾ ਕੋਈ ਕੰਮ ਇਹ ਹੋਊਗਾ, ਲਕੋਵਾ ਹੋਊਗਾ, ਜਿਹੜਾ ਸਾਨੂੰ ਸ਼ਾਇਦ ਸਾਲ, 2 ਸਾਲ, 3 ਸਾਲ ਲੱਗੂਗਾ, ਮਗਰੋਂ ਪਛਤਾਵਾਂਗੇ। ਸੋ ਇੱਕ ਪਾਸੇ ਸਾਡੀ ਹੈਗੀ ਗਰੋਥ ਆ ਖਾਲਸਾ ਏਡ ਦੀ, ਅਸੀਂ ਚੜ੍ਹਦੀ ਕਲਾਂ ਤੁਹਾਡੇ ਕਰਕੇ। ਸੋ ਪੰਜਾਬ ਦੇ ਬਹੁਤ ਵੱਡੇ ਪ੍ਰੋਜੈਕਟ ਚੱਲ ਰਹੇ ਆ, ਹੋਰ ਵੀ ਚੱਲਣੇ ਆ, ਜਿਹੜਾ ਇਹਨਾਂ ਹਾਰਡ ਵਰਕ ਕੀਤਾ ਉਹਨੇ। ਦੂਜੇ ਪਾਸੇ ਸਾਡੀ ਦੁਨੀਆ ਚੱਲ ਰਿਹਾ ਪ੍ਰੋਜੈਕਟ, ਉਹ ਵੀ ਤੁਹਾਡੇ ਕਰਕੇ, ਤੁਸੀਂ ਸਾਨੂੰ ਡੋਨੇਟ ਕਰਦੇ ਆ। ਪਰ ਜਿਹੜੀ ਟਰਾਂਸਪੇਰੈਂਸੀ ਆ, ਜਿਹੜੀ ਵੀ ਅਸੀਂ ਹਿਸਾਬ ਕਰਨਾ, ਉਹ ਡਿਫਰੈਂਟ ਲੈਵਲ 'ਤੇ ਜਾ ਰਹੇ ਹਾਂ ਅਸੀਂ। ਹੁਣ ਦੇਖਿਓ ਤੁਸੀਂ 6-7 ਮਹੀਨੇ ਵਿੱਚ ਤੁਸੀਂ ਦੇਖਿਓ ਕੀ ਰਿਜ਼ਲਟ ਆਊਗਾ। ਅਸੀਂ ਤੁਹਾਨੂੰ ਸਾਰੇ ਜਿਹੜੇ ਭਈ ਖਾਲਸਾ ਦੇ ਦੁਨੀਆ ਦੇ ਵਿੱਚ ਜਿਹੜੇ ਰਜਿਸਟਰ ਹੋਈਆਂ ਚੈਰਿਟੀਆਂ ਸਾਰੇ ਦੇਸ਼ਾਂ ਪ੍ਰਦੇਸ਼ਾਂ ਵਿੱਚ, ਉਹਦੇ ਤੁਹਾਨੂੰ ਅਕਾਊਂਟ ਦੇਖੋਗੇ, ਤੁਸੀਂ ਦੇਖ ਸਕਦੇ, ਕੱਲੀ ਚੀਜ਼ ਦਾ ਬ੍ਰੇਕਡਾਊਨ ਦੇਖ ਸਕਦੇ। ਕਿਉਂਕਿ ਇਹ ਨਹੀਂ ਅਸੀਂ ਲੁਕੋਵਾ ਰੱਖਣਾ ਵੀ ਸਾਡੇ ਕੋਲ ਕਿੰਨੇ ਪੈਸੇ ਲੁਕੋਏ, ਅਸੀਂ ਕਦੀ ਨਹੀਂ ਕੀਤਾ ਇਹ। ਸਾਨੂੰ ਇਲਜ਼ਾਮ ਲੱਗਦੇ ਤੁਹਾਡੇ ਕੋਲ 3 ਮਿਲੀਅਨ 4 ਮਿਲੀਅਨ, ਸਾਡਾ ਖਰਚਾ ਵੀ ਬਹੁਤ ਆ, ਅਸੀਂ ਹੋਰ ਵੀ ਆਪਰੇਸ਼ਨ ਕਰਨੇ। ਹੁਣ ਕੋਵਿਡ-19 ਆਈ ਆ, ਅਪ੍ਰੈਲ ਤੋਂ ਲੱਗ ਕੇ ਅੱਜ ਤੱਕ ਕਹਿ ਲਓ, ਕਈ ਤੁਹਾਨੂੰ ਸੰਗਤ ਨੂੰ ਪਤਾ ਨੀਗਾ, ਅਸੀਂ ਆਸਟ੍ਰੇਲੀਆ ਸਪੋਰਟ ਕੀਤਾ UK ਤੋਂ, ਅਸੀਂ ਪਾਠੀ ਜਿਹੜੇ ਗ੍ਰੰਥੀ ਆ ਉਹਦੇ ਸਪੈਸ਼ਲ ਪ੍ਰੋਗਰਾਮ ਕਰਾਉਣ ਅਗਲੇ ਹਫ਼ਤੇ ਉੱਥੇ ਸਪੋਰਟ ਕੀਤਾ ਪੰਜਾਬ 'ਚ। ਅਸੀਂ ਕੈਨੀਆ ਸਪੋਰਟ ਕੀਤਾ, ਸੀਰੀਆ ਬੋਰਡਰ 'ਤੇ ਇਰਾਕ ਦੇ ਸਾਈਡ 'ਤੇ ਕੀਤਾ, ਐਕਚੁਅਲੀ ਔਨ ਦ ਇਰਾਕ ਸਾਈਡ 'ਤੇ ਕੀਤਾ, ਸੇਵਾ ਕੀਤੀ ਰਿਫਿਊਜੀਆਂ ਦੀ। ਫਿਰ ਚਾਹੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆ ਰਸ਼ੀਆ ਵਿੱਚ, ਯੂਕਰੇਨ ਵਿੱਚ, ਸਾਈਪ੍ਰਸ ਵਿੱਚ, ਉਹਨਾਂ ਦੀ ਮੈਂ ਸਹਾਇਤਾ ਕੀਤੀ। ਅੱਜ ਤੱਕ ਲੱਗ ਕੇ ਮੇਰੇ ਖਿਆਲ ਘੱਟ ਤੋਂ ਘੱਟ 2.5 ਲੱਖ ਪਾਉਂਡ ਅਸੀਂ UK ਤੋਂ ਹੀ ਅਪ੍ਰੈਲ, ਮਈ, ਜੂਨ ਦੇ ਵਿੱਚ ਖਰਚਿਆ। ਜੁਲਾਈ ਦੇ ਵਿੱਚ ਕਦੋਂ ਮਿਡਲ ਤੱਕ ਆ ਗਿਆ 2.5 ਲੱਖ ਪਾਉਂਡ। ਤੁਹਾਨੂੰ ਕੱਲੀ ਚੀਜ਼ ਦਿਖਾ ਸਕਦੇ ਹਾਂ, ਸਾਰੀ ਚੀਜ਼ ਰਿਕਾਰਡਡ ਆ, ਕਿੱਥੇ ਗਿਆ ਪੈਸਾ, ਕਿਹਨੂੰ ਭੇਜਿਆ, ਕਿੱਥੇ ਡਿਸਟਰੀਬਿਊਸ਼ਨ ਹੋਈ, ਕਿੰਨੇ ਬੰਦਿਆਂ ਨੂੰ, ਕਿੰਨੇ ਉੱਥੇ ਲੋੜਵੰਦਾਂ ਨੂੰ ਫਾਇਦਾ ਹੋਇਆ। ਸੋ ਪੈਸਾ ਵੀ ਖਰਚੀ ਜਾਂਦੇ ਆ, ਟੀਮ ਵੀ ਵਧਾਈ ਜਾਂਦੇ ਆ। ਜਿਹੜਾ ਆਫਿਸ ਬੈਠੇ ਅਸੀਂ, ਇਹ ਸਾਡਾ ਨਵਾਂ ਆਫਿਸ ਆ, ਇਹ ਵੀ 21 ਸਾਲ ਬਾਅਦ ਨਿੱਕੀ ਜਿਹੀ ਆਫਿਸ ਬਿਲਡਿੰਗ ਲਈ ਥੋੜ੍ਹੀ ਜਿਹੀ ਵੀ ਆਪਣਾ ਬੇਸ ਬਣੇ। ਸੋ ਇਹਦੇ ਵਿੱਚ ਇਹ ਆ ਜਾਂਦਾ, ਜੇ ਖਾਲਸਾ ਏਡ ਜਿੱਦਾਂ ਸਾਡੇ ਕੋਲ ਇਲਜ਼ਾਮ ਲੱਗਦੇ ਆ ਭਈ ਅਸੀਂ ਆਹ ਕਰਦੇ ਉਹ ਕਰਦੇ, ਜੇ ਰਵੀ ਸਿੰਘ ਨੇ ਪੈਸੇ ਖਾਣੇ ਹੁੰਦੇ ਅੱਜ ਅਸੀਂ ਮਹਿਲਾਂ 'ਚ ਰਹਿਣਾ ਸੀਗਾ, ਸਾਡਾ ਡੇਰਾ ਵੱਡੇ ਹੋਣੇ ਸੀਗੇ, ਸਾਡੀ ਵੀ ਵੱਡੀਆਂ ਜੀਪਾਂ ਮੋਰੇ ਖੜੀਆਂ ਹੋਣ ਸੀ ਪਰਸਨਲੀ, ਸਾਡੇ ਘਰ ਵਾਲੇ ਕੱਲੇ ਬੱਚਿਆਂ ਕੋਲ, ਸਾਡੇ ਘਰ ਵਾਲੇ ਇਸ ਤਰ੍ਹਾਂ ਕੋਲ ਵੱਡੀਆਂ ਕਾਰਾਂ ਹੋਣੀਆਂ ਸੀਗੀਆਂ, ਮਰਸੀਡੀ। ਤੇ ਅੱਜ ਕੱਲ੍ਹ ਤਾਂ ਲੋਟਰੀ ਲੱਗ ਗਈ ਲੋਕਾਂ ਦੀ, ਮੈਂ ਲਓ ਜੀ ਸਾਰੇ ਭਈ ਸਾਰੀ ਫੈਮਿਲੀ ਵੱਡੀਆਂ ਕਾਰਾਂ ਚਲਾਊਗੀ, ਫਿਰ ਤਾਂ ਮਜ਼ੇ ਲਵਾਂਗੇ। ਮੈਂ ਤਾਂ ਹਾਲ ਤੱਕ ਮੇਰੀ ਪੁਰਾਣੀ ਕਾਰ ਵਿਚਾਰੀ ਖੜੀ ਆ, ਇਹਦਾ ਇੰਜਨ ਚੇਂਜ ਕਰਕੇ ਸਾਡੇ ਕੋਲ ਪੈਸੇ ਹੈ ਨਹੀਂ ਗੇ। ਤਾਂ ਜੇ ਕਿਸੇ ਦੇਖਣਾ ਆ ਕੇ ਸਾਨੂੰ ਦੇਖ ਸਕਦੇ, ਸਾਨੂੰ ਕੋਈ ਲਾਲਚ ਨਹੀਂ ਪੈਸੇ ਦਾ, ਨਾ ਕਦੀ ਹੋਇਆ। ਜੇ ਲਾਲਚ ਹੁੰਦਾ, ਜਿਹੜਾ ਬੰਦਾ ਲਾਲਚੀ ਹੁੰਦਾ, ਕਦੀ ਦੇਸਾਂ ਪ੍ਰਦੇਸਾਂ ਧੱਕੇ ਨਹੀਂ ਖਾਊਗਾ, ਜਿੱਥੇ ਗੋਲੀਆਂ ਚੱਲਦੀਆਂ, ਜਿੱਥੇ ਭੁਚਾਲ ਹੁੰਦੇ, ਜਿੱਥੇ ਜਾ ਕੇ ਉੱਥੇ ਪਤਾ ਨਹੀਂ ਰੋਟੀ ਮਿਲਣੀ ਕਿ ਨਹੀਂ। ਜਿਹਨੂੰ ਪੈਸੇ ਦਾ ਲਾਲਚ ਹੁੰਦਾ, ਘਰ ਬਹਿ ਕੇ ਬਸ ਪੈਸੇ ਦੀਆਂ ਜੱਫੀਆਂ ਪਾਈ ਜਾਣੀਆਂ। ਸਾਨੂੰ ਲਾਲਚ ਆ ਵੀ ਅਸੀਂ ਦੁਨੀਆ ਵਿੱਚ ਕੁਛ ਬਣਾਉਣਾ, ਉਹ ਤੁਹਾਡੇ ਨਾਲ, ਸਾਡੇ ਸੇਵਾਦਾਰ ਨਾਲ, ਸਾਡੀਆਂ ਬਹੁਤ ਵੱਡੀਆਂ ਟੀਮਾਂ ਜਿਹੜੀਆਂ ਮੈਂ ਤੁਹਾਨੂੰ ਗੱਲ ਕੀਤੀ, ਅਮਰਪ੍ਰੀਤ ਸਿੰਘ ਪੰਜਾਬ ਵਿੱਚ, ਇੰਡੀਆ ਵਿੱਚ, ਉੱਧਰੋਂ ਹਰਪ੍ਰੀਤ ਸਿੰਘ ਹੋਣੀ, ਜਿੰਦੀ ਹੋਣੀ, ਓਮਰ ਸਿੰਘ ਹੋਣੀ, ਅਮਰਪਾਲ, ਇੱਥੇ ਵੀ ਸਾਡੀ ਟੀਮ UK ਵਿੱਚ, ਟਰਸਟੀ ਸਾਡੀ UK ਵਿੱਚ, ਇਕੱਠਿਆਂ ਨੇ ਤੁਹਾਡੇ ਸਪੋਰਟ ਨਾਲ ਕੀਤਾ। ਇਹ ਖਾਲਸਾ ਏਡ ਇੱਕ ਵੱਡੀ ਇੰਸਟੀਟਿਊਸ਼ਨ ਬਣ ਗਈ, ਜਿਹਦੇ ਉੱਪਰ ਰੋਜ਼ ਹਮਲੇ ਹੁੰਦੇ ਆ, ਸਾਡੇ ਖਿਲਾਫ ਝੂਠ ਬੋਲਿਆ ਜਾਂਦਾ ਸਾਡੇ ਦੁਸ਼ਮਣ ਵੱਲੋਂ, ਕਿਉਂਕਿ ਖਾਲਸਾ ਇੱਕ ਨਾਂ ਬਣ ਗਿਆ ਦੁਨੀਆ ਵਿੱਚ ਵੀ ਖਾਲਸਾ ਚੜ੍ਹਦੀ ਕਲਾ, ਖਾਲਸਾ ਇਨਸਾਨੀਅਤ, ਖਾਲਸੇ ਦੀ ਫਤਿਹ ਕਹਿੰਦੇ ਸਾਰੇ ਪਾਸੇ, ਕਿਉਂ ਖਾਲਸਾ ਏਡ। ਸੋ ਜੇ ਅਸੀਂ ਆਪਣੇ ਬਣਾਉਣਾ ਹੁੰਦਾ, ਅਸੀਂ ਵੀ ਉਹ ਬਸ ਚੁੱਪ ਕਰਕੇ ਬਹਿਣਾ, ਲੁੱਕ ਕੇ ਪੈਸੇ ਖਾਈ ਜਾਓ, ਢਿੱਡ ਭਰੀ ਜਾਓ, ਵੱਡੇ ਘਰ, ਵੱਡੀਆਂ ਕਾਰਾਂ, ਮਜ਼ੇ ਲਓ।
ਸੋ ਸਾਡੀ ਟੀਮ ਨੂੰ ਪਹਿਲਾਂ ਅਸੀਂ ਸਾਰੇ ਵੋਲੰਟੀਅਰ ਨੂੰ ਸਲਾਮ ਕਰਦੇ, ਪਰ ਜਿਹੜੀ ਚੈਰਿਟੀਜ਼ ਆ, ਚਰਚਾਂ ਹੁੰਦੀਆਂ ਚੈਰਿਟੀਆਂ, ਤੁਸੀਂ ਪਹਿਲਾਂ ਪੁੱਛੋ ਤੁਸੀਂ ਰਜਿਸਟਰ ਆ, ਕਿੰਨਾ ਚਿਰ ਹੋਇਆ ਰਜਿਸਟਰ ਨੂੰ, ਤੁਹਾਡੇ ਟਰਸਟੀ ਕੌਣ ਆ। ਜੇ ਤੁਹਾਡੇ ਟਰਸਟੀ ਹੈਗੇ, ਕਹ ਲਓ ਭਾਈ ਇੱਕ ਬੰਦਾ ਹੋਵੇ, ਉਹਦੀ ਘਰਵਾਲੀ ਹੋਵੇ ਤੇ ਉਹਦਾ ਭਰਾ ਹੋਵੇ, ਬਸ ਫੈਮਿਲੀ ਸਾਰੀ ਹੋਵੇ, ਤੁਹਾਨੂੰ ਪਤਾ ਉਹਦੇ ਵਿੱਚ ਇੰਡੀਪੈਂਡੈਂਸ ਨਹੀਂ ਹੈਗੀ। ਜੇ ਚੈਰਿਟੀ ਹੈਗੀ ਇਕੱਲਾ ਇੱਕ ਧੜੇਬੰਦੀ ਆ, ਸਾਰੇ ਇੱਕ ਧੜੇਬੰਦੀ ਦੇ ਟਰਸਟੀ ਆ, ਉਹ 'ਚ ਘੱਟ ਇੰਡੀਪੈਂਡੈਂਸ ਹੋਊਗੀ, ਕਿਉਂਕਿ ਉਹਦੇ ਵਿੱਚ ਕਵਰ ਅਪ ਵੀ ਕਦੇ ਹੋ ਸਕਦਾ। ਇਹ ਨਹੀਂ ਮਤਲਬ ਹੁੰਦੇ ਨਹੀਂ ਹੁੰਦੇ, ਜਾਣ ਕੇ ਕਹਿੰਦਾ ਵੀ ਕਿਸੇ ਦੇ ਕਵਰ ਹੋ ਰਿਹਾ ਹੋ ਸਕਦੇ, ਕਿਉਂਕਿ ਉਹ ਫਿਰ ਇੱਕ ਜਿਹਦਾ ਧੜੇਬੰਦ ਬਣ ਜਾਂਦੀ ਆ, ਉਹ ਇੱਕ ਦੂਜੇ ਦੇ ਫਿਰ ਕਵਰ ਕਰਨ ਲੱਗ ਪੈਣਾ, ਗਲਤੀਆਂ ਮਿਸਟੇਕ ਦਿਸੇ ਨਾ। ਉਹਦੇ ਵਿੱਚ ਟੋਟਲੀ ਇੰਡੀਪੈਂਡੈਂਸ ਆਡੀਟਰ। UK ਜਿਹੜੀਆਂ ਰਜਿਸਟਰਡ ਚੈਰਿਟੀਆਂ ਉਹ ਬਹੁਤ ਕਹਿ ਲਓ ਭਾਈ ਗਾਈਡ ਕੀਤੀਆਂ ਜਾਂਦੀਆਂ ਗੌਰਮੈਂਟ ਵੱਲੋਂ, ਬਹੁਤ ਰਿਸਟ੍ਰਿਕਸ਼ਨ ਆ। ਆਈ ਡੋਂਟ ਥਿੰਕ UK ਵਿੱਚ ਕੋਈ ਇੰਨੀ ਮਾੜੀ ਚੈਰਿਟੀ ਹੈਗੀ ਆ ਜਿਹਦੇ ਉੱਪਰ ਕੋਈ ਗਵਰਨੈਂਸ ਹੈ ਨਹੀਂ ਗੀ। ਸੋ ਸਾਡੀਆਂ UK ਚੈਰਿਟੀਆਂ US ਕੈਨੇਡਾ ਵੀ ਉਹ ਵੀ ਹੈਗੀਆਂ ਚੰਗੀਆਂ ਸਿੱਖਾਂ ਦੀਆਂ, ਇਕੱਲੀ ਖਾਲਸੇ ਦੀ ਗੱਲ ਨਹੀਂ ਕਰਦੇ, ਬਹੁਤ ਚੰਗੀਆਂ ਹੋਰ ਚੈਰਿਟੀਆਂ ਹੈਗੀਆਂ ਜਿਹੜੀ ਗਵਰਨੈਂਸ ਚੰਗੀ ਆ, ਦੇਖਭਾਲ ਕਰਦੇ ਆ ਸਾਰੇ ਪਾਸੇ, ਉਹ ਆਪਣਾ ਵੀ ਹਿਸਾਬ ਕਿਤਾਬ ਦਿੰਦੇ ਆ। ਪਰ ਪ੍ਰੋਬਲਮ ਇਹ ਹੁੰਦੀ ਆ ਭਈ ਫਿਰ ਥੱਲੇ ਇੱਕ ਦੂਜੇ ਨੂੰ ਖਿੱਚਣਾ, ਵੀ ਜਾਂ ਕੋਈ ਪੈਸਾ ਜਿਹੜਾ ਆਉਂਦਾ ਆ ਇੱਕ ਕਿਤੇ ਵੱਡੇ ਡਿਜ਼ਾਸਟਰ ਲਈ, ਉਹ ਫਿਰ ਬਸ ਇੱਧਰ ਉੱਧਰ ਹੋ ਜਾਂਦਾ। ਸੋ ਅਸੀਂ ਇੱਕ ਐਗਜ਼ਾਮਪਲ ਸੈੱਟ ਕਰਨਾ ਨੈਕਸਟ 5-6 ਮਹੀਨੇ ਵਿੱਚ, ਇਹਦਾ ਰਿਪੋਰਟਿੰਗ ਅਕਾਊਂਟਿੰਗ ਦਾ, ਉਹਦੇ ਵਿੱਚ ਅਸੀਂ ਆਪਣੇ ਵਿਊਜ਼ ਦੇਵਾਂਗੇ, ਪੇਪਰ ਛਪਾਵਾਂਗੇ ਭਈ ਸਾਰੀਆਂ ਚੈਰਿਟੀਆਂ ਕਿੱਦਾਂ ਕਹਿ ਲਓ ਭਈ ਮੂਵ ਹੋਣੀਆਂ ਚਾਹੀਦੀਆਂ, ਕਿੱਦਾਂ ਪੇਪਰ ਕਿੱਦਾਂ ਹੋਣਾ ਚਾਹੀਦਾ, ਅਤੇ ਜਿਹੜੇ ਟਰਸਟੀ ਬੋਰਡ ਆ ਉਹ 'ਚ ਟਰਾਂਸਪੇਰੈਂਸੀ ਕਿੱਦਾਂ ਹੋਣੀ ਚਾਹੀਦੀ ਆ, ਵੀ ਜਿਹੜੀ ਸੰਗਤ ਆ ਉਹ ਆਪਣੇ ਵੱਲੋਂ ਤਸੱਲੀ ਨਾਲ ਡੋਨੇਟ ਕਰ ਸਕਦੇ, ਜਿਹਦੇ ਵਿੱਚ ਤੁਸੀਂ ਹਰ ਚੀਜ਼ ਦਾ ਪੁੱਛਗਿੱਛ ਕਰ ਸਕਦੇ। ਹੁਣ ਕਈ ਬੰਦੇ ਸਾਡੇ ਖਿਲਾਫ ਨਫ਼ਰਤ ਬੋਲਦੇ, ਰਵੀ ਸਿੰਘ ਤੋਂ ਜਵਾਬ ਅੱਜ ਲੈਣਾ, ਕਦੀ ਸਾਡਾ ਸ਼ੇਅਰ ਨਹੀਂ ਕੀਤਾ ਪੋਸਟ, ਕਦੀ ਸਾਡੀ ਸਲਾਹ ਨਹੀਂ ਲਈ, ਕਦੀ ਸਾਡੀ ਸਲਾਹ ਵੀ ਦਿੱਤੀ, ਕਦੇ ਸਾਨੂੰ ਸਾਡਾ ਸ਼ੇਅਰ ਵੀ ਨਹੀਂ ਕੀਤਾ ਪੋਸਟ, ਤਾਂ ਕੁਛ ਨਹੀਂ ਕੀਤਾ ਸਾਡੇ ਨਾਲ। ਉਹ ਵੀ ਕਿਸੇ ਨੇ ਮੋਹਰੇ ਕਰ ਦੇਣਾ ਧੱਕਾ ਲਾ ਕੇ, ਜਾਓ ਜੀ ਮੈਂ ਰਵੀ ਸਿੰਘ ਜਵਾਬ ਲਊਂਗਾ ਅੱਜ। ਰਵੀ ਸਿੰਘ ਤੇਰਾ ਸਾਡੀ ਅਕਾਊਂਟੈਂਟ ਆ, ਮੈਂ ਅਕਾਊਂਟੈਂਟ ਬੈਠਾ ਆ, ਸਾਡੇ ਅਕਾਊਂਟੈਂਟ ਬੈਠੇ ਆ, ਤੁਹਾਨੂੰ ਦੇਵਾਂਗੇ ਸਾਰਾ ਜਵਾਬ, ਤੁਸੀਂ ਰਾਈਟ ਬੰਦੇ ਨੂੰ ਪੁੱਛੋ। ਸਾਨੂੰ ਈਮੇਲ ਆਉਂਦੀਆਂ, ਸਾਡਾ ਸਾਰਾ ਚੈਰਿਟੀ ਕਮਿਸ਼ਨ 'ਤੇ ਆ, ਸਾਰਾ ਸਾਡਾ ਆਨਲਾਈਨ ਸਾਰਾ ਲਿਖਿਆ ਆ, ਸਾਰਾ ਪੈਸਾ ਦਿਖਾਲਦੇ ਆ। ਜੇ ਪੈਸਾ ਨਾ ਬੈਂਕ 'ਚ ਹੋਵੇ ਫਿਰ ਕਹੋ ਰਵੀ ਸਿੰਘ ਚੋਰੀ ਕਰ ਲਿਆ। ਸੋ ਸਾਡੇ ਵਿੱਚ ਅਸੀਂ ਖੁਸ਼ ਹਾਂ ਇੱਦਾਂ ਦੀ ਲਾਈਫ ਦੇ ਵਿੱਚ, ਸਿੰਪਲ ਲਾਈਫ ਦੇ ਵਿੱਚ, ਪਰ ਇੱਕ ਸਿਸਟਮ ਬਣਾਉਣਾ ਅਸੀਂ ਇੱਥੇ ਦੀ ਟੀਮ ਦੇ ਨਾਲ, ਜਿਹੜੀਆਂ ਚੈਰਿਟੀ ਦੀਆਂ ਤੁਸੀਂ ਬਿਲਕੁਲ ਸ਼ੀਸ਼ੇ ਵਾਂਗੂ ਜਿੱਦਾਂ ਪਈ ਵਿੱਚ ਦੀ ਦੇਖੋਗੇ, ਜਿੱਦਾਂ ਵੀ ਤੁਹਾਨੂੰ ਆਪਣਾ ਮੂੰਹ ਦਿਖਦਾ ਹੁੰਦਾ ਵੀ ਟਰਾਂਸਪੇਰੈਂਟ, ਵੀ ਹਾਂ ਆਹ ਬਿਲਕੁਲ ਮੈਨੂੰ ਠੀਕ ਲੱਗਦਾ, ਆਹ ਜਿਹੜੀ ਚੈਰਿਟੀ ਦੇ ਟਰਸਟੀ ਕੌਣ ਹੈ, ਇਹਦੀ ਰਿਲੇਸ਼ਨਸ਼ਿਪ ਕੀ ਇਹਨਾਂ ਦੀ ਆ, ਇਹ ਚੈਰਿਟੀ ਰਿਲੇਸ਼ਨਸ਼ਿਪ ਜੇ ਜਿੱਦਾਂ ਪਹਿਲਾਂ ਕਿਹਾ ਸਾਰੇ ਇੱਕ ਫੈਮਿਲੀ ਦੇ ਹੀ ਸਾਰੇ ਚੈਰਿਟੀ ਦੇ ਟਰਸਟੀ ਆ, ਉਹ 'ਤੇ ਵੱਡੀ ਪ੍ਰੋਬਲਮ ਆ। ਉਹਦੇ ਵਿੱਚ ਕੋਈ ਇੰਡੀਪੈਂਡੈਂਸ ਨਹੀਂ ਗਾ, ਨਾ ਕੋਈ ਦੇਖ ਸਕਦਾ ਬਾਹਰੋਂ ਆ ਕੇ ਭਈ ਇਹ ਇੱਕ ਦੂਜੇ ਨੂੰ ਕਿੱਦਾਂ ਚੈੱਕ ਕਰਦੇ ਆ। ਦੂਜੀ ਗੱਲ ਆ ਜਿਹੜੀ ਇੰਡੀਪੈਂਡੈਂਟ ਆਡੀਟਰਸ, ਜਿਹੜੀ ਸਪੈਸ਼ਲੀ ਬਾਹਰ ਇੰਡੀਆ ਦੇ ਵਿੱਚ ਰਜਿਸਟਰ ਆ, ਇੰਡੀਪੈਂਡੈਂਟ ਆਡਿਟ ਹੋਣਾ ਚਾਹੀਦਾ ਸਾਰਿਆਂ ਦਾ। ਅਤੇ ਤੀਜੀ ਗੱਲ ਆ ਭਈ ਜੇ ਕੋਈ ਚੈਰਿਟੀ ਤੁਹਾਨੂੰ ਲੱਗਦਾ ਭਈ ਤੁਸੀਂ ਸ਼ੋਰ ਨਹੀਂ ਗਏ, ਤੁਸੀਂ ਫੇਸਬੁੱਕ 'ਤੇ ਗੰਦ ਬੰਦ ਨਾ ਪਾਓ, ਤੁਸੀਂ ਸੋਸ਼ਲ ਮੀਡੀਆ ਜਾ ਕੇ ਐਵੇਂ ਨਾ ਵੀਡੀਓ ਪਾਈ ਜਾਓ ਕਿਸੇ ਚੈਰਿਟੀ ਦੇ ਖਿਲਾਫ ਉਹਨੂੰ ਪੁੱਛਣ ਤੋਂ ਬਗੈਰ। ਕਈ ਨਿੱਕੀਆਂ ਨਿੱਕੀਆਂ ਚੈਰਿਟੀਆਂ ਬਹੁਤ ਚੰਗੇ ਕੰਮ ਕਰਦੀਆਂ, ਉਹਦੇ ਕੋਲ ਸਮਾਂ ਨਹੀਂ ਹੁੰਦਾ, ਕਈ ਵਾਰੀ ਉਹਦੇ ਅਕਾਊਂਟ ਲੇਟ ਹੋ ਜਾਂਦੇ, ਉਹ ਇੰਨੀਆਂ ਵੱਡੀਆਂ ਨਹੀਂ ਗੀਆਂ, ਕਦੀ ਉਹਨੇ ਕਦੀ ਗਲਤੀ ਕਰ ਦਿੱਤੀ ਆ ਜਾਂ ਕੁਛ ਉਹਨੇ ਪਤਾ ਲੱਗਣ ਤੋਂ ਬਗੈਰ ਕੁਛ ਕਰਤਾ, ਤੁਸੀਂ ਪੁੱਛੋ ਜਾ ਕੇ ਵੀ ਆਹ ਕਿੱਦਾਂ ਕੀਤਾ, ਇਹ ਕੀਤਾ। ਪਰ ਇੱਕ ਦੂਜੇ ਦਾ ਤੁਸੀਂ ਤਮਾਸ਼ਾ ਨਾ ਬਣਾਓ ਫੇਸਬੁੱਕ 'ਤੇ ਜਾਂ ਇੱਦਾਂ ਸੋਸ਼ਲ ਮੀਡੀਆ 'ਤੇ। ਤਮਾਸ਼ਾ ਬਣਾਉਣਾ ਇੱਦਾਂ ਦੇ ਵੀ ਕਰਨਾ ਬਹੁਤ ਸੌਖਾ ਕੰਮ ਆ, ਚੀਜ਼ਾਂ ਜਿਹੜੀਆਂ ਬਿਲਡ ਕਰਨੀਆਂ ਬਹੁਤ ਔਖੀਆਂ ਹੁੰਦੀਆਂ। ਹਰ ਚੈਰਿਟੀ ਸ਼ੁਰੂ ਕੋਈ ਕਰਦਾ ਆ, ਪਿਆਰ ਨਾਲ ਕਰਦਾ, ਛੱਡਦਾ ਨਾ ਕਰਦਾ। ਮੇਰੇ ਖਿਆਲ ਕੋਈ ਚੈਰਿਟੀ ਸ਼ੁਰੂ ਨਹੀਂ, ਮੇਰੇ ਖਿਆਲ ਜਿਹੜੇ ਆਪਣੀਆਂ ਸਿੱਖਾਂ ਦੀਆਂ ਚੈਰਿਟੀਆਂ, ਮੇਰੇ ਖਿਆਲ ਇੱਦਾਂ ਕੋਈ ਚੈਰਿਟੀ ਸ਼ੁਰੂ ਨਹੀਂ ਕੀਤੀ ਗਈ ਭਈ ਉਹਦੀ ਮਾੜੇ ਕੰਮ ਕਰ ਲਏ, ਜਿਹੜੇ ਅੱਜ ਕੱਲ੍ਹ 10-15 ਸਾਲ ਦੇ ਵਿੱਚ ਜਿਹੜੇ ਸਾਨੂੰ ਜਾਣਦੇ ਆ, ਕਿੰਨੇ ਬੰਦੇ ਸਾਨੂੰ ਜਾਣਦੇ ਆ, ਸਾਰੇ ਪਿਆਰ ਦੇ ਨਾਲ ਇੱਕ ਦੂਜੇ ਨਾਲ ਤੁਸੀਂ ਗੱਲ ਕਰ ਸਕਦੇ ਫੋਨ ਕਰਕੇ ਵੀ ਤੁਹਾਡੇ ਬਾਰੇ ਆਹ ਕਿਹਾ ਜਾਂਦਾ ਆ, ਭਈ ਇਹ ਗੱਲ ਠੀਕ ਹੈ ਕਿ ਨਹੀਂ ਠੀਕ ਆ। ਹੁਣ ਜਿੱਦਾਂ ਮੈਂ ਤੁਹਾਨੂੰ ਕਿਹਾ ਸਾਡੀ ਟੀਮ ਪੰਜਾਬ ਦੇ ਮੋਹਰੇ ਹੋ ਕੇ ਕਦੇ ਧਮਕੀਆਂ ਆਉਂਦੀਆਂ ਉਹਨਾਂ ਨੂੰ, ਕਦੇ ਉਹਨੂੰ ਹੋਰ ਤਰ੍ਹਾਂ ਦੇ ਭਈ ਚੈੱਕਅਪ ਆਉਂਦੀਆਂ ਉੱਥੋਂ ਪੁਲਿਸ ਤੋਂ ਵੀ, ਇੰਟੈਲੀਜੈਂਸ ਤੋਂ ਵੀ, ਜਾਂ ਸਾਡੇ ਬਾਹਰ ਵੀ UK US ਵਿੱਚ ਵੀ ਸਾਨੂੰ ਵੀ ਹੋਰ ਤਰ੍ਹਾਂ ਦੇ
ਜਿੱਦਾਂ ਵੀ ਕਹਿੰਦੇ ਵੀ ਬਾਹਰੋਂ ਧਮਕੀਆਂ ਆਉਂਦੀਆਂ, ਤੁਹਾਨੂੰ ਆਹ ਕਰ ਦੇਣਾ, ਖਾਲਸਾ ਏਡ ਨੂੰ ਬੰਦ ਕਰ ਦੇਣਾ, ਅਸੀਂ ਖਾਲਸਾ ਏਡ ਨੂੰ ਆਹ ਕਰ ਦੇਣਾ, ਉਹ ਕਰ ਦੇਣਾ। ਇਹਦੇ ਵਿੱਚ ਇਹ ਅੱਜ ਦੀ ਗੱਲ ਵੀ ਸਾਨੂੰ ਗੱਲਬਾਤ ਨਹੀਂ ਕਰਨੀ ਆਉਂਦੀ। ਜਿਹੜੀਆਂ ਜੇ ਤੁਸੀਂ ਕਿਸੇ ਨੂੰ ਦੇਖ ਕੇ ਵੱਡੀ ਕੋਈ ਕਾਰ ਚਲਾਉਂਦਾ ਕਹਿ ਲਓ ਮਹਿੰਗੀ, ਉਹਨੂੰ ਪੁੱਛ ਲਓ, ਡਾਇਰੈਕਟਲੀ ਪੁੱਛ ਲਓ ਜਾ ਕੇ ਵੀ ਭਾਈ ਤੁਸੀਂ ਰਜਿਸਟਰ ਆ, ਇਹ ਕਾਰ ਕਿੱਥੋਂ ਆ, ਕਿਹਦੇ ਨਾਂ 'ਤੇ ਰਜਿਸਟਰ। ਇਹ ਨਹੀਂ ਵੀ ਪਹਿਲਾਂ ਰੌਲਾ ਪਾਉਣ ਲੱਗ ਪਓ, ਆਹ ਲਓ ਜੀ ਬੰਦੇ ਨੇ 40 ਲੱਖ ਦੀ ਕਾਰ ਰੱਖ ਲਈ, ਪਰ ਉਹ ਨਿਕਲਿਆ ਨਤੀਜਾ ਹੋਰ, ਉਹ ਕਾਰ ਕਿਸੇ ਦੀ ਹੋਰ ਚਲਾਉਂਦਾ 1 ਦਿਨ ਤੇ 2 ਦਿਨ। ਜੇ ਚਲਾਉਂਦੇ ਵੀ ਆ ਉਹ ਰਜਿਸਟਰ ਨਹੀਂ ਕਿ ਕਾਰ ਉਹਨਾਂ ਦੀ ਆ, ਫਿਰ ਤੁਸੀਂ ਪੁੱਛੋ ਭਾਈ ਤੁਸੀਂ ਤਾਂ ਯਾਰ ਸੇਵਾ ਤੇ ਲੱਗੇ ਹੋ ਤੇ 40 ਲੱਖ 50 ਲੱਖ ਦੀ ਕਾਰ ਤੁਹਾਡੇ ਕਿੱਦਾਂ ਆ ਗਈ, ਤੁਹਾਡੇ ਦਾ ਅਕਾਊਂਟ ਤੇ 2 ਰੁਪਈਏ ਵੀ ਨਹੀਂ ਗਏ। ਸੋ ਪੁੱਛਣਾ ਚਾਹੀਦਾ, ਸਾਨੂੰ ਪੁੱਛੋ। ਮੈਨੂੰ ਪੁੱਛਦੇ ਕਈ ਵਾਰੀ ਇੱਥੇ, ਹੁਣ ਮੈਨੂੰ ਇੱਥੇ ਮੈਂ ਮੀਟਿੰਗ ਸੀ, ਇੱਥੇ ਮੇਰੀ ਇੱਕ ਬਹੁਤ ਚੰਗਾ ਬੰਦਾ ਮੈਨੂੰ ਮਿਲਿਆ ਐਕਚੁਅਲੀ 4-5 ਮਹੀਨੇ ਪਹਿਲਾਂ ਪੰਜਾਬ ਤੋਂ, ਨਾਮ ਉਹਦਾ ਵਰੂਨ ਉਹਦਾ ਨਾਂ ਆ, ਵੈਰੀ ਨਾਈਸ ਗਾਏ। ਅਤੇ ਉਹ ਮੈਨੂੰ ਅਸੀਂ ਕਾਫੀ ਪੀਤੀ, ਉਹਨੂੰ ਮੈਨੇ ਗੱਲ ਕੀਤੀ, ਹੁਣ ਅੱਧੇ ਘੰਟੇ ਦੀ ਗੱਲ ਆ, ਅੱਧੇ ਘੰਟੇ ਤੋਂ ਪਹਿਲਾਂ ਦੀ। ਕਹਿੰਦਾ ਭਈ ਤੁਸੀਂ ਕਿੱਦਾਂ ਟਰਸਟ ਕਰਦੇ ਟੀਮਾਂ 'ਤੇ ਸਾਰੀ ਦੁਨੀਆ ਵਿੱਚ, ਕਿੱਦਾਂ ਨਿਗਾਹ ਰੱਖਦੇ ਆ ਭਈ ਕੋਈ ਹੇਰਾਫੇਰੀ ਨਹੀਂ ਕਰ ਰਿਹਾ। ਮੈਂ ਕਿਹਾ ਸਾਡੇ ਸਿਸਟਮ ਅਸੀਂ ਤਕੜੇ ਕਰ ਰਹੇ ਹਾਂ। ਅਸੀਂ ਹੋਰ ਚੈਰਿਟੀਆਂ ਦੇਖੀਆਂ ਕਈ ਵਾਰੀ, ਪਿੱਛੋਂ ਡੀਲ ਬਣਾਉਣਾ ਪਈ, ਤੁਸੀਂ ਇੱਦਾਂ ਕਰੋ ਆਹ ਘਰ ਬਣਾ ਦਿਓ ਅਤੇ ਪਿੱਛੋਂ ਸਾਨੂੰ 2000 ਰੁਪਈਏ 2 ਲੱਖ ਮੈਨੂੰ ਦੇ ਦਿਓ। ਇੱਥੇ UK 'ਚ ਕੰਮ ਹੋ ਰਿਹਾ, ਬਾਕੀ ਛੱਡੋ। ਪਰ ਜਿਹੜੀਆਂ ਸਾਡੀਆਂ ਟੀਮਾਂ ਪਿਆਰ ਦੇ ਨਾਲ, ਇਮਾਨਦਾਰੀ ਨਾਲ, ਸਾਰੇ ਸਾਨੂੰ ਬਹੁਤ ਚਿਰ ਦੇ ਜਾਣਦੇ ਆ, ਅਸੀਂ ਆਪਣੇ ਕੋਲ ਚੈੱਕ ਕਰ ਰਹੇ ਹਾਂ। ਉਹ ਚੈੱਕ ਕਰਨ ਤੋਂ ਪਹਿਲਾਂ ਸਾਨੂੰ ਦੱਸਦੇ। ਹੁਣ ਇਰਾਕ ਦੇ ਵਿੱਚ ਸਾਡੀ ਟੀਮ ਚੱਲ ਰਹੀ ਹੈ ਇਸ ਵੇਲੇ, ਸੂਜ਼ਨ, ਉਹ ਈਦ ਦੀ ਸ਼ਾਪਿੰਗ ਕਰ ਰਹੇ ਨਿਆਣਿਆਂ ਦੀ, ਜਿਹੜੇ ਯਤੀਮ ਬੱਚੇ ਆ। ਸਾਰਾ ਕੋਟੇਸ਼ਨ ਆਉਂਦਾ ਆ, ਕਿੰਨੇ ਦੀ ਹੁਣ ਸਮਾਨ, ਕਿੰਨੇ ਦੀ ਕਾਰ ਕਿਰਾਏ 'ਤੇ ਆਉਣੀ ਆ, ਸਾਰਾ ਬ੍ਰੇਕਡਾਊਨ ਫਿਰ ਅਸੀਂ ਚੈੱਕ ਕਰਨਾ। ਹਰ ਇੱਕ ਚੀਜ਼ ਦਾ ਹਿਸਾਬ ਕਿਤਾਬ ਹੁੰਦਾ। ਪਰ ਗੱਲ ਉੱਥੇ ਆਉਂਦੀ ਹੈ, ਇੱਕ ਢੰਗ ਹੁੰਦਾ ਪੁੱਛਣ ਦਾ। ਸੋ ਸਾਨੂੰ ਪਰਸਨਲੀ ਕੋਈ ਲਾਲਚ ਨਹੀਂਗਾ। ਜੇ ਮੈਂ ਉਹੀ ਤੁਹਾਨੂੰ ਘੜੀ ਕਹਿੰਦਾ, ਜੇ ਰਵੀ ਸਿੰਘ ਨੂੰ ਪੈਸੇ ਦਾ ਲਾਲਚ ਹੁੰਦਾ, ਜਿਹੜੇ ਸਾਡੇ 4-5 ਮਿਲੀਅਨ ਕਹਿ ਲਓ ਬੈਂਕ ਜੇ ਕਹੀ ਜਾਂਦੇ ਆ ਖਾਲਸਾ ਏਡ ਦੇ ਆ, ਸਾਡੇ ਨਹੀਂਗੇ। ਰਵੀ ਸਿੰਘ ਤਾਂ ਅੱਜ ਤਾਂ ਕਹਿ ਲਓ ਭਈ ਸਾਡੇ ਵੀ ਵੱਡੇ ਡੇਰੇ ਇੰਨੇ ਵੱਡੇ ਹੋਣੇ ਸੀ, ਤੁਸੀਂ ਤਾਂ ਵੀ ਪੈਸੇ ਦੇ ਜਾਣੇ ਸੀਗੇ, ਕਿਉਂਕਿ ਤੁਹਾਨੂੰ ਭਰੋਸਾ ਆ ਭਈ ਅਸੀਂ ਠੀਕ ਕੰਮ ਕਰਦੇ ਹਾਂ। ਅਸੀਂ ਕਹਿੰਦਾ ਵੀ ਹੇਰਾਫੇਰੀ ਕਰਕੇ ਦੂਜੇ ਪਾਸੇ ਨਿਕਲ ਜਾਣਾ ਸੀ ਅੱਜ ਮਿਲੀਅਨਰ ਬਣ ਕੇ। ਪਰ ਅਸੀਂ ਕਦੀ ਨਹੀਂ, ਸਾਨੂੰ ਕੋਸ਼ਿਸ਼ ਕੀਤੀ ਸਾਨੂੰ ਖਰੀਦਣ ਦੀ। ਮੈਂ ਤੁਹਾਨੂੰ ਇਹ ਵੀ ਕਹਿ ਦਿੰਦਾ, ਸਾਨੂੰ 2-3 ਵਾਰੀ ਕੋਸ਼ਿਸ਼ ਕੀਤੀ ਖਰੀਦਣ ਦੀ, ਪਰ ਸਾਡੀ ਕੀਮਤ ਉਹ ਬੰਦੇ ਦੀ ਹੁੰਦੀ ਜਿਹੜੀ ਜ਼ਮੀਰ ਨਹੀਂ ਹੁੰਦੀ। ਅਸੀਂ ਆਪਣੇ ਬਿਆਨ ਤੁਹਾਨੂੰ ਖੁੱਲ੍ਹੇ ਦਿੰਦੇ ਹਾਂ। ਸਾਡੀਆਂ ਟੀਮਾਂ ਐਬਸੋਲੂਟਲੀ ਜਿਹੜੀਆਂ ਟੀਮਾਂ ਮੋਹਰੇ ਹੋਈਆਂ ਆ, ਬਹੁਤ ਹਾਰਡ ਕੰਮ ਕਰਦੀਆਂ। ਕਈ ਵਾਰੀ ਮੈਂ ਬਿਜ਼ੀ ਹੋ ਜਾਂਦਾ, ਐਕਨੋਲੇਜ ਨਹੀਂ ਕਰਦਾ, ਪਰ ਮੈਨੂੰ ਪਤਾ ਜਿਹੜੀਆਂ ਧਮਕੀਆਂ ਐਕਚੁਅਲੀ ਜਿਹੜੀਆਂ ਲਾਈਫ ਦੀਆਂ, ਜ਼ਿੰਦਗੀ ਦੀਆਂ ਧਮਕੀਆਂ ਅਮਰਪ੍ਰੀਤ ਨੂੰ ਦਿੱਤੀਆਂ ਗਈਆਂ ਜਦੋਂ ਅਸੀਂ ਸਿਸਟਮ ਚੇਂਜ ਕਰਨ ਲੱਗ ਪਏ 6-7 ਸਾਲ ਪਹਿਲਾਂ। ਹੁਣ ਵੀ ਅਮਰਪ੍ਰੀਤ ਇੰਡੀਆ 'ਚ ਕੰਮ ਕਰਦਾ, ਜਿਹੜੇ ਦੁਸ਼ਮਣ ਸਾਡੇ ਵਿੱਚੋਂ ਹੀ ਆ ਜ਼ਿਆਦਾ ਸੀ ਕਰਕੇ। ਇੱਦਾਂ ਦੇ ਜਿਹੜੇ ਭਈ ਇਹ ਐਕਚੁਅਲੀ ਅਨਮੋਲ ਹੀਰੇ ਹੁੰਦੇ, ਜਿਹੜੇ ਨੌਜਵਾਨ ਇੰਨੀ ਨਿੱਕੀ ਉਮਰ ਦੇ ਵਿੱਚ ਇੰਨਾ ਕੁਛ ਅਚੀਵ ਕੀਤਾ ਇੰਡੀਆ ਦੇ ਵਿੱਚ, ਪਰ ਤਾਂ ਵੀ ਅਸੀਂ ਬਰਦਾਸ਼ਤ ਨਹੀਂ ਕਰਦੇ ਇੱਦਾਂ ਦੇ ਨੌਜਵਾਨਾਂ ਨੂੰ। ਉੱਧਰੋਂ ਭਾਈ ਗੁਰਪ੍ਰੀਤ ਮਿੰਟੂ, ਜਿਹੜੇ ਬਹੁਤ ਹੀ ਮਨੁੱਖਤਾ ਦੀ ਸੇਵਾ ਕਰਦੇ, ਬਹੁਤ ਹੀ ਵਧੀਆ। ਉੱਧਰੋਂ ਹੋਰ ਵੀ ਬਹੁਤ ਹੈਗੇ, ਨਿੱਕੀਆਂ ਵੱਡੀਆਂ ਸੰਸਥਾ ਪੰਜਾਬ ਦੇ ਵਿੱਚ ਜਿਹੜੀਆਂ ਬਹੁਤ ਚੰਗੀਆਂ ਸੇਵਾ ਕਰ ਰਹੀਆਂ। ਅਸੀਂ ਉਹਨੂੰ ਚੰਗਾ ਹੀ ਕਹਿੰਦੇ ਹਾਂ। ਪਰ ਜੇ ਤੁਸੀਂ ਕਹਿੰਦੇ ਭਈ ਉਹਦੇ ਵਿੱਚੋਂ ਕਹਿ ਲਓ ਵੀ ਸਾਡੀਆਂ ਸੰਸਥਾ ਵਿੱਚ ਕੋਈ ਬੰਦਾ ਮਾੜਾ ਆ, ਸਾਨੂੰ ਦੱਸੋ ਕਿਉਂ ਮਾੜਾ, ਦੱਸੋ ਕੀ ਅਸੀਂ ਗਲਤ ਕੀਤਾ, ਸਾਡੇ ਨਾਲ ਖੁੱਲ੍ਹੀ ਗੱਲ ਕਰੋ। ਸਾਡਾ ਆਫਿਸ ਜਲੰਧਰ ਵੀ ਹੈਗਾ, ਪਟਿਆਲੇ ਹੈਗੇ ਆ, ਅਸੀਂ UK 'ਚ ਹੈਗੇ ਆ। ਅਤੇ ਇਕੱਲੀ ਖਾਲਸਾ ਏਡ ਨਹੀਂ, ਬਹੁਤ ਹੀ ਨਿੱਕੀਆਂ ਸੰਸਥਾ ਪੰਜਾਬ ਦੇ ਵਿੱਚ ਪੰਜਾਬ ਨੂੰ ਇਸ ਵੇਲੇ ਖੜਾ ਰੱਖਿਆ। ਉਹਨਾਂ ਨੇ ਪਿੰਡਾਂ ਦੇ ਵਿੱਚ ਜਿਹੜੇ ਲੋਕਾਂ ਦੀਆਂ ਆਸਾਂ ਪੂਰੀ ਕੀਤੀਆਂ, ਨਿੱਕੀਆਂ ਜਥੇਬੰਦੀਆਂ ਨੇ ਕੀਤੀਆਂ, ਵੱਡੀਆਂ ਨੇ ਕੀਤੀਆਂ, ਇੰਡੀਵਿਜੂਅਲ ਲੋਕਾਂ ਨੇ ਕੀਤੀਆਂ। ਇੱਥੋਂ ਪੈਸੇ ਇਕੱਠੇ ਕਰਕੇ ਜਾ ਕੇ ਆਪਣੀ ਮਦਦ ਕੀਤੀ ਪਰਿਵਾਰਾਂ ਦੀ, ਕਹਿ ਲਓ ਸ਼ਹੀਦ ਪਰਿਵਾਰ ਹੋਣ ਜਾਂ ਗਰੀਬ ਪਰਿਵਾਰ ਹੋਣ। ਅਸੀਂ ਵੀ ਹੋਰ ਕਰਾਂਗੇ ਜਿੰਨਾ ਹੋ ਸਕਦਾ, ਪਰ ਇਹਦੇ ਵਿੱਚ ਅਸੀਂ ਆਪਣੇ ਗੁਣ ਨਹੀਂ ਗਾਉਣਾ ਹੈ ਭਈ ਖਾਲਸਾ ਨਹੀਂ। ਬਹੁਤ ਚੰਗੇ ਸੇਵਾ ਕਰ ਰਹੇ ਪੰਜਾਬ 'ਚ। ਅਸੀਂ ਬਿਲਕੁਲ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅੱਜ ਮੈਂ ਦੇਖਿਆ ਕੋਈ ਉੱਥੇ ਪੁਲਸੀਆ ਸੀਗਾ, ਕੋਈ ਉਹ ਵਿਚਾਰਾ ਜਿਹੜਾ ਪੋਰਟ ਹੋਲ ਹੁੰਦੇ ਰੋਡ ਦੇ ਵਿੱਚ, ਉਹ ਪੂਰਾ ਕਰ ਰਿਹਾ, ਆਪਣੀ ਜੇਬ 'ਚ ਪਾ ਕੇ ਪੈਸੇ ਰੇਤਾ ਰੂਤਾ ਪਾ ਰਿਹਾ, ਭਈ ਰੋਡ ਖਰਾਬ ਆ,
ਕੋਈ ਮਰ ਨਾ ਜਾਵੇ ਰੋਡ 'ਚ, ਉਹ ਆਪਣੇ ਵੱਲੋਂ ਕਰ ਰਿਹਾ ਸੇਵਾ ਇੰਨੀ ਗਰਮੀ ਦੇ ਵਿੱਚ। ਮੈਂ ਨਾਂ ਭੁੱਲ ਗਿਆ ਉਹਦਾ। ਸੋ ਪੰਜਾਬ ਚੜ੍ਹਦੀ ਕਲਾ ਵੱਸਦਾ ਪੰਜਾਬੀਆਂ ਕਰਕੇ। ਪੰਜਾਬੀਆਂ ਦੀ ਨੈਸ਼ਨੈਲਿਟੀ ਇਕੱਲੀ ਸਿੱਖ ਨਹੀਂ, ਹਿੰਦੂ, ਸਿੱਖ, ਮੁਸਲਿਮ, ਕ੍ਰਿਸਚੀਅਨ ਸਾਰੇ ਉੱਥੇ ਵਿੱਚ ਆ। ਤੁਸੀਂ ਵੀ ਉਹਨਾਂ ਪੰਜਾਬ ਨੂੰ ਪਿਆਰ ਕਰੋ ਜਿੰਨਾ ਅਸੀਂ ਕਰਦੇ ਹਾਂ। ਤੁਸੀਂ ਉਹਨਾਂ ਪਿਆਰ ਦੇ ਪੰਜਾਬ ਦੇ ਪਾਣੀ ਲਈ, ਪੰਜਾਬ ਦੇ ਜਿਹੜੇ ਭਈ ਹੱਕ ਲਈ, ਪੰਜਾਬ ਦੀ ਜਿਹੜੀ ਕਰਪਸ਼ਨ ਹੋ ਰਹੀ ਆ ਉਹਦੇ ਖਿਲਾਫ ਤੁਸੀਂ ਵੀ ਉੱਦਾਂ ਖੜੇ ਹੋ ਜਿੱਦਾਂ ਸਿੱਖ ਖੜੇ ਹੁੰਦੇ ਆ, ਕਿਉਂਕਿ ਸਾਰਿਆਂ ਦਾ ਘਰ ਆ ਪੰਜਾਬ, ਇਕੱਲਾ ਸਾਡੇ ਸਿੱਖਾਂ ਦਾ ਨਹੀਂਗਾ। ਪਰ ਜਦੋਂ ਹੱਕ ਦੀ ਗੱਲ ਕਰਦੇ ਫਿਰ ਸਾਨੂੰ ਇਕੱਲਾ ਸਿੱਖਾਂ ਦਾ ਬਣ ਜਾਂਦਾ। ਸੋ ਐਨੀਵੇ, ਜਿਹੜੀ ਅੱਜ ਗੱਲ ਸੀਗੀ ਉਹ ਸੀਗੀ ਚੈਰਿਟੀ ਦੀ। ਅੱਖਾਂ ਖੋਲ੍ਹੋ। ਹੁਣ ਅਸੀਂ ਪਾਲਿਸੀ ਜਿੱਦਾਂ ਤੁਹਾਡੇ ਜੇ ਲਾਗੇ ਦੁਨੀਆ ਜਿੱਥੇ ਮਰਜ਼ੀ ਕੋਈ ਗੁਰਦੁਆਰਾ ਬਣ ਰਿਹਾ ਆ, ਜੇ ਉੱਥੇ ਕਹਿ ਲਓ ਭਈ ਗਰਾਈ ਹੋ ਰਹੀ ਆ, ਬਿਲਕੁਲ ਖੁੱਲ੍ਹੇ ਤਰ੍ਹਾਂ ਪੈਸੇ ਦੇਵੋ, ਕਰੋ ਸਪੋਰਟ, ਕਰਨਾ ਚਾਹੀਦਾ। ਪਰ ਪੁੱਛੋ ਵੀ ਭਈ ਤੁਹਾਡੇ ਸਿਸਟਮ ਕੀ ਆ, ਤੁਹਾਡੇ ਅਕਾਊਂਟਿੰਗ ਸਿਸਟਮ ਕੀ ਆ। ਜਿਵੇਂ ਤੁਹਾਨੂੰ ਪੈਸੇ ਦਿੱਤੇ ਆ ਅਤੇ ਤੁਹਾਡੇ ਕਿੱਥੇ ਜਾਓਗੇ ਪੈਸੇ, ਕਿਹੜੀ ਕਮੇਟੀ ਬਣੀਓ ਆ, ਉਹਦਾ ਬੈਕਗਰਾਊਂਡ ਕੀ ਆ। ਇਹ ਪੈਸੇ ਜਮ੍ਹਾਂ ਕਰਾਉਂਗੇ ਤਾਂ ਜਿਹੜੇ ਪੈਸੇ ਜਿਹੜਾ ਕਢਾਉਣ ਦੇ ਕੀ ਸਿਸਟਮ ਆ, ਖਰਚਣ ਦੇ ਕੀ ਸਿਸਟਮ ਆ, ਅਤੇ ਅਕਾਊਂਟੇਬਿਲਿਟੀ ਜਿਹੜੀ ਹਿਸਾਬ ਕਿਤਾਬ ਕੀ ਹੁੰਦਾ। ਕੱਲੀ ਜੇ ਪੁੱਛੋ ਤੁਸੀਂ, ਸਪੈਸ਼ਲੀ ਬਾਹਰ ਪੰਜਾਬ ਜਿਹੜੇ ਗੁਰਦੁਆਰੇ ਬਣਦੇ ਆ 20-20 ਲੱਖ ਦੇ, 20-20 ਮਿਲੀਅਨ ਡਾਲਰ ਦੇ, ਪਾਉਂਡ ਦੇ ਗੁਰਦੁਆਰੇ। ਵੀ ਜੇ ਤੁਸੀਂ ਬਿਲਡਰ ਨੂੰ ਕਾਂਟਰੈਕਟ ਦਿੱਤਾ, ਠੇਕਾ ਦਿੱਤਾ, ਕੌਣ ਆ ਬਿਲਡਰ? ਉਹ ਕਈ ਵਾਰੀ ਕਰਨਾ ਵੀ ਬਿਲਡਰ ਆ ਗਿਆ ਅਤੇ ਉਹ ਬਿਲਡਰ ਲੈਣਾ, ਕਿਉਂਕਿ ਪਿੱਛੋਂ ਫਿਰ ਨਿਕਲਣ ਸਾਡੇ ਲਈ ਫਾਇਦਾ ਮੜ ਜਾ ਵੀ ਚਲੋ ਇਹਨੂੰ ਦੇ ਦਿੰਦੇ ਠੇਕਾ, ਥੋੜ੍ਹੇ ਪਿੱਛੇ ਸਾਨੂੰ ਮਿਲ ਜੂਗੇ। ਇਹ ਕਿੱਦਾਂ ਅਸੀਂ ਰੋਕਣਾ ਕੰਮ? ਜਿੱਥੇ ਪੈਸਾ ਉੱਥੇ ਕਰਪਸ਼ਨ, ਇਹ ਸੱਚਾਈ ਹੈ ਦੁਨੀਆ ਵਿੱਚ। ਇਹ ਉਹ ਕਹਾਵਤ ਆ, ਕਿਉਂਕਿ ਪੈਸਾ ਸਾਰੇ ਤਕੜੇ ਬੰਦੇ ਮਿਟਾ ਦਿੰਦਾ। ਸਾਨੂੰ ਵੀ ਇਹੀ ਡਰ ਸੀ 21 ਸਾਲ ਦੇ ਵਿੱਚ ਵੀ ਅਸੀਂ ਨਾ ਵਿਕ ਜਾਈਏ। ਹੁਣ ਤਾਂ ਉਮਰ ਵੀ ਹੋ ਗਈ, 50 ਸਾਲ ਹੋ ਗਈ ਆ, ਅਤੇ ਜੋ ਸਾਡੀ ਜ਼ਿੰਦਗੀ ਲਿਖਿਆ ਅਸੀਂ ਟਰਾਈ ਕੀਤੀ ਕਰਨ ਦੀ। ਕਦੀ ਆਪਣੇ ਨੂੰ ਚੰਗਾ ਨਹੀਂ ਕਿਹਾ, ਪਰ ਸਾਡੀ ਜਿਹੜੀ ਰੀੜ੍ਹ ਦੀ ਹੱਡੀ ਆ ਸਾਡੇ ਸੇਵਾਦਾਰ ਆ। ਪੰਜਾਬ ਦੇ ਵਿੱਚ ਦੇਖੋ ਕਿੰਨੀ ਚੜ੍ਹਦੀ ਕਲਾ ਨੌਜਵਾਨ ਆ, ਸਾਰੀ ਦੁਨੀਆ ਵਿੱਚ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, UK ਵਿੱਚ ਸਾਡੀ ਰੀੜ੍ਹ ਜਿਹੜੀ ਸਾਡੇ ਸੇਵਾਦਾਰ ਆ। ਪਰ ਅਸੀਂ ਗਲਤੀਆਂ ਜੋ ਕਰਾਂਗੇ ਅਸੀਂ ਉਹ ਤੋਂ ਸਿੱਖਾਂਗੇ। ਪਰ ਜਾਣ ਬੁੱਝ ਕੇ ਅਸੀਂ ਅੱਜ ਤੱਕ ਕੁਛ ਨਹੀਂ ਬਣਾਇਆ ਆਪਣੇ ਲਈ। ਸਾਰਾ ਕੁਝ ਬਣਾਇਆ ਪੰਥ ਲਈ ਕਿ ਕੁਝ ਬਣੇ, ਇੱਕ ਪਲੈਟਫਾਰਮ ਬਣੇ। ਹੁਣ ਇੱਥੇ ਆਫਿਸ ਹੀ ਹੋ ਗਿਆ ਅਤੇ ਤੁਸੀਂ ਸਾਨੂੰ ਸਪੋਰਟ ਕਰਦੇ ਆ, ਜਿੱਥੇ ਮਰਜ਼ੀ ਬੈਠੇ ਸਪੋਰਟ ਕਰਦੇ ਕਰੋ। ਅਸੀਂ ਵੀ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ। ਪਰ ਤੁਸੀਂ ਸਾਰੇ ਸਿਆਣੇ ਆ, ਤੁਹਾਨੂੰ ਪਤਾ ਜਦੋਂ ਸਾਡੇ ਖਿਲਾਫ ਕੋਈ ਬੰਦਾ ਝੂਠ ਬੋਲਦਾ ਤਾਂ ਤੁਹਾਨੂੰ ਸਾਰੇ ਤੋਂ ਪਹਿਲਾਂ ਪਤਾ ਹੁੰਦਾ, ਮੇਰੇ ਤੋਂ ਪਹਿਲਾਂ। ਮੈਨੂੰ ਕਦੀ ਕਹਿਣ ਦੀ ਲੋੜ ਨਹੀਂ ਹੁੰਦੀ। ਤੁਸੀਂ ਹਰ ਵਾਰ ਸਾਡੇ ਆ ਕੇ ਦੇਖਦੇ ਭਈ ਹਾਂ ਇਹ ਬੰਦੇ ਭਈ ਕਿਉਂ ਕਹਿੰਦੇ ਸਾਡੇ ਖਿਲਾਫ। ਭਈ ਰੱਬ ਦੇ ਵੀ ਰੰਗ ਇਹੀ ਆ, ਜਿਹਨੇ ਸਾਡੇ ਉੱਪਰ ਗਲਤ ਉਂਗਲਾਂ ਚੱਕੀਆਂ, ਸਤਿਆਨਾਸ਼ ਹੋ ਗਿਆ ਉਹਨਾਂ ਦਾ ਵੀ। ਸਾਨੂੰ ਕੋਈ ਕਹਿਣ ਦੀ ਲੋੜ ਹੀ ਨਹੀਂ ਸੀਗੀ। ਮੈਨੂੰ ਫੋਨ ਆਉਂਦੇ ਰਹਿੰਦੇ ਭਈ ਦੇਖੋ ਜੀ ਉਹ ਤੁਹਾਡੇ ਹੇਠ ਕੈਂਪੇਨ ਕਰ ਰਿਹਾ, ਉਹ ਕਰ ਕਿੱਥੇ ਗਏ ਸਾਰੇ? ਹੁਣ ਰੱਬ ਨੇ ਆਪੇ ਹੀ ਦੇਖ ਲਿਆ ਕਿ ਸਾਨੂੰ ਪਤਾ ਭਈ ਅਸੀਂ ਜੋ ਗਲਤੀਆਂ ਕਰਦੇ ਠੀਕ ਹੈ, ਗਲਤੀ ਸਾਰੇ ਬੰਦੇ ਕਰਦੇ। ਜਾਣ ਬੁੱਝ ਕੇ ਅਸੀਂ ਕਿਸੇ ਦਾ ਨਾ ਪੈਸਾ ਖਾਣ ਆਏ ਹਾਂ ਅਤੇ ਨਾ ਕੁਛ ਆਪਣੇ ਲਈ ਪਰਸਨਲੀ ਬਣਾਉਣ ਆਏ ਹਾਂ, ਆਪਣੀ ਫੈਮਿਲੀ ਲਈ, ਆਪਣੇ ਫਰੈਂਡਸ ਲਈ। ਅਤੇ ਜਿਹੜੀ ਹੁੰਦੀ ਨਾ ਇੱਕ ਚੀਜ਼ ਕਹਿੰਦੇ ਜਾਣ ਤੋਂ ਪਹਿਲਾਂ, ਜਿਹੜੀ ਮਾੜੀ ਨੀਤ ਹੁੰਦੀ ਆ, ਜਿਹੜੇ ਬੰਦੇ ਦੀ ਮਾੜੀ ਨੀਤ ਹੋਵੇ, ਕਈ ਵਾਰੀ ਹੁੰਦੀ ਪਾਵਰ ਦੀ ਹੁੰਦੀ ਆ, ਕਈ ਵਾਰੀ ਪੈਸੇ ਦੀ ਹੁੰਦੀ। ਉਹ ਤੁਸੀਂ ਕੁਛ ਨਹੀਂ ਕਰ ਸਕਦੇ। ਜਿਹੜੀ ਮਾੜੀ ਨੀਤ ਹੋਵੇ ਬੰਦੇ ਦੀ ਨਾ, ਉਹ ਬੰਦਾ ਕੋਈ ਚੀਜ਼ ਨਹੀਂ ਸੰਭਾਲ ਸਕਦਾ, ਉਹਨੂੰ ਬਸ ਆਪਣੀ ਨੀਤ ਦੀ ਹੁੰਦੀ ਆ। ਉਹ 'ਤੇ ਕੋਈ ਬੰਦਾ ਕਾਮਯਾਬ ਨਹੀਂ ਹੋ ਸਕਦਾ। ਜਿਹੜੀ ਮਾੜੀ ਨੀਤ ਆ, ਉਹ ਬੰਦਾ ਹਰ ਵਾਰੀ ਇੱਦਾਂ ਰਹਿੰਦਾ ਆਪਣੀ ਜ਼ਿੰਦਗੀ ਵੀ ਮੈਨੂੰ ਕੋਈ ਫੜ ਲੂਗਾ, ਕਿਉਂਕਿ ਉਹ ਕੰਮ ਹੀ ਮਾੜੇ ਕਰਨੇ, ਕਿਉਂਕਿ ਨੀਤ ਮਾੜੀ ਆ। ਸੋ ਜਿਹੜੀ ਨੀਤ ਮਾੜੀ ਉਹ ਤੁਹਾਨੂੰ ਦੂਰੋਂ ਦਿਸਣ ਲੱਗ ਪੈਂਦੇ ਆ। ਅਸੀਂ ਜੋ ਹੈਗੇ ਤੁਹਾਡੇ ਕਰਕੇ ਆ, ਅਸੀਂ ਧੰਨਵਾਦੀ ਹਾਂ। ਅਤੇ ਅਸੀਂ ਆਪਣੇ ਸਾਰੀ ਟੀਮਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਆਪਣੇ ਵੋਲੰਟੀਅਰ ਦਾ ਧੰਨਵਾਦ ਕਰਦੇ ਹਾਂ। ਅਸੀਂ ਇਹ ਗਾਰੰਟੀ ਕਰਦੇ ਹਾਂ ਹੁਣ ਨੈਕਸਟ 5-6 ਮਹੀਨੇ ਵਿੱਚ ਅਸੀਂ ਇੱਕ ਹੋਰ ਲੈਵਲ 'ਤੇ ਜਾ ਰਹੇ ਹਾਂ ਰਿਪੋਰਟਿੰਗ ਲਈ, ਅਕਾਊਂਟਿੰਗ ਲਈ। ਅਤੇ ਸਾਡੀ ਇਹ ਆਸ ਹੋਊਗੀ ਭਈ ਸਾਰੇ ਜਿਹੜੀਆਂ ਸੰਸਥਾ ਉਹ ਵੀ ਇੱਦਾਂ ਇੱਕ ਲੀਡ ਫੋਲੋ ਕਰੂਗੇ ਭਈ ਰਿਫੋਰਮ ਹੋਣੀ ਚਾਹੀਦੀ ਆ, ਭਈ ਜਿਹੜੀ ਰਿਪੋਰਟਿੰਗ, ਅਕਾਊਂਟਿੰਗ ਹਰ ਲੈਵਲ 'ਤੇ ਚੰਗੀ ਹੋਵੇ। ਤੁਹਾਡਾ ਬਹੁਤ ਧੰਨਵਾਦ। ਜਿੱਥੇ ਵੀ ਤੁਸੀਂ ਹੈਗੇ ਚੜ੍ਹਦੀ ਕਲਾ ਰਹੋ, ਇੱਕ ਦੂਜੇ ਦਾ ਖਿਆਲ ਰੱਖੋ। ਤਾਂ ਜਿਹੜੀ ਅੱਜ ਕੱਲ੍ਹ ਹੁਣ COVID-19 ਚੱਲ ਰਹੀ ਆ ਦੁਨੀਆ ਵਿੱਚ, ਇੱਕ ਇਨਸਾਨੀਅਤ ਨੂੰ ਇੱਕ ਸਬਕ ਵੀ ਮਿਲ ਗਿਆ ਭਈ ਇਹ ਨਾ ਕੋਈ ਅਮੀਰ ਬੰਦਾ ਦੇਖਦੀ ਇਹ ਬਿਮਾਰੀ ਆ, ਨਾ ਕੋਈ ਗਰੀਬ, ਨਾ ਕੋਈ ਦੇਖਦੇ ਕੋਈ ਹੋਰ ਧਰਮ ਆ ਜਾਂ ਕੋਈ ਉਹਦੀ ਕੋਈ ਕਾਸਟ ਸਿਸਟਮ ਆ, ਉਹ ਸਾਰਿਆਂ ਨੂੰ ਲੱਗ ਰਹੀ ਆ।
ਹੁਣ ਤੁਸੀਂ ਵੀ ਇਹ ਆਪਣੀ ਮਨ ਦੇ ਵਿੱਚ, ਆਪਣੇ ਦਿਲ ਦੇ ਵਿੱਚ ਬਿਮਾਰੀ ਦੂਰ ਕਰੋ ਵੀ ਦੂਜੇ ਜਿਹੜੇ ਭਈ ਬੰਦੇ ਹੋਰ ਕਾਸਟ ਦੇ ਆ, ਹੋਰ ਜਾਤ ਪਾਤ ਦੇ ਆ, ਭਈ ਤੁਸੀਂ ਸਾਰੇ ਤੋਂ ਚੰਗੇ, ਇੱਦਾਂ ਨਹੀਂ ਕਹਿਣਾ। ਸਾਰੇ ਲੋਕਾਂ ਨੂੰ ਬਰਾਬਰ ਵਾਲਾ ਅੱਖਾਂ ਦੇਖੋ ਭਈ ਸਾਰੇ ਬਰਾਬਰ ਆ, ਸਾਰੇ ਵਿੱਚ ਰੱਬ ਆ, ਸਾਰੇ ਵਿੱਚ ਕਹਿ ਲਓ ਭਈ ਅਸੀਂ ਆਪ ਹੀ ਇਹਦਾ ਗੁਰੂ ਸਾਰਿਆਂ ਵਿੱਚ ਵੱਸਦਾ, ਗਰੀਬਾਂ ਵਿੱਚ, ਅਮੀਰਾਂ ਵਿੱਚ ਕੋਈ ਫਰਕ ਨਹੀਂਗਾ। ਪਰ ਫਰਕ ਹੈਗਾ ਸਾਡੀ ਸੋਚ ਦੇ ਵਿੱਚ। ਆਪਣੀ ਸੋਚ ਬਦਲੋ ਤੇ ਸਾਡੇ ਬੱਚੇ ਵੀ ਸੋਚ ਬਦਲੂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।